सतनाम श्री वाहिगुरु साहिब जी दोहरा सुरत गिरंदन हुक्म को। ਕਹਿੰਦੇ ਪਹਾੜੀ ਰਾਜਿਆਂ ਨੇ ਜਦੋਂ ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਿਤਾ ਜੀ ਦੇ ਸਿੱਖਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਉਸ ਵੇਲੇ ਸਾਧ ਸੰਗਤ ਜੀ ਗੁਰੂ ਸਾਹਿਬ ਦੇ ਸਿੱਖ ਉੱਥੋਂ ਚੱਲ ਆਏ ਅਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਸਿੱਖਾਂ ਨੂੰ ਪੁੱਛਿਆ। सुन कलगीधर प्रश्न को ਕਲਗੀਧਰ ਪਾਤਸ਼ਾਹ ਦਾ ਪ੍ਰਸ਼ਨ ਸੁਣ ਕੇ नंद चंद कर बंद ਦੀਵਾਨ ਆਨੰਦ ਚੰਦ ਜੀ ਹੱਥ ਜੋੜ ਕੇ ਬੋਲੇ ਹਨ। वर्णन करियो प्रसंग सब ਸਾਰੀ ਕਥਾ ਸਤਿਗੁਰੂ ਜੀ ਦੇ ਚਰਨਾਂ ਵਿੱਚ ਦੀਵਾਨ ਆਨੰਦ ਚੰਦ ਜੀ ਵਰਣਨ ਕਰਦੇ ਹਨ। आगे रहन बंद ਉਹ ਪਹਾੜੀ ਰਾਜਿਆਂ ਨੇ ਜੋ ਬਦਸਲੂਕੀ ਕੀਤੀ ਹੈ ਉਹ ਵੀ ਦੱਸੀ ਹੈ, ਤੇ ਪਹਿਲਾਂ ਜਿਵੇਂ ਰਾਜਾ ਫਤਿਹ ਸ਼ਾਹ ਬੜੇ ਪ੍ਰੇਮ ਨਾਲ ਮਿਲਿਆ ਉਹ ਵੀ ਦੀਵਾਨ ਜੀ ਦੱਸ ਰਹੇ ਨੇ ਕਲਗੀਧਰ ਪਾਤਸ਼ਾਹ ਜੀ ਨੂੰ। चौपई हों अर पग लाज उर लागी हे ਸੱਚੇ ਪਾਤਸ਼ਾਹ, ਆਪ ਜੀ ਨੇ ਪ੍ਰਸ਼ਨ ਕੀਤਾ ਹੈ, ਮੈਂ ਆਪ ਜੀ ਨੂੰ ਦੱਸਾਂ ਤੇ ਮੈਨੂੰ ਸ਼ਰਮ ਆਉਂਦੀ ਹੈ। ਅਲਪਾਗਾ ਮੈਂ, ਥੋੜਾ ਗਿਆਨ ਹੈ ਮੈਨੂੰ, ਵੱਡਿਆਂ ਦੇ ਸਾਹਮਣੇ ਬੋਲਣਾ ਮੇਰੇ ਵਰਗੇ ਬੰਦੇ ਨੂੰ ਸ਼ਰਮ ਆਉਂਦੀ ਹੈ। ਕੀ ਦੱਸਾਂ, ਕਿਉਂਕਿ ਤੁਸੀਂ ਜਾਣਦੇ ਹੋ, ਜਿਹੜਾ ਜਾਣਦਾ ਹੋਵੇ ਉਹਦੇ ਅੱਗੇ ਜਾਣਕਾਰੀ ਦੱਸਣੀ ਕਹਿੰਦੇ ਸ਼ੋਭਾ ਨਹੀਂ ਦਿੰਦੀ। ਆਪ ਜੀ ਦਾ ਅੰਤਰਜਾਮੀ ਹੋ ਬਿਨ ਬੋਲਿਆ ਸਭ ਕੁਝ ਜਾਣਦਾ, ਕਿਸ ਆਗੇ ਕੀਚੈ ਅਰਦਾਸ। ਮਹਾਰਾਜ ਤੁਸੀਂ ਬਿਨਾਂ ਬੋਲੇ ਹੀ ਜਾਣਦੇ ਹੋ, ਤੁਹਾਨੂੰ ਦੱਸਦਿਆਂ ਮੈਨੂੰ ਸ਼ਰਮ ਆਉਂਦੀ ਹੈ। तुमरी बात कहो तुम आके ਤੁਹਾਡੀ ਗੱਲ ਹੀ ਤੁਹਾਨੂੰ ਦੱਸਾਂ, ਤੁਹਾਡਾ ਹੀ ਬਚਨ ਹੈ, ਤੁਹਾਡੀ ਕਥਾ ਹੈ ਤੇ ਤੁਹਾਨੂੰ ਹੀ ਸੁਣਾਵਾਂ ਮਹਾਰਾਜ, ਇਸ ਕਰਕੇ ਸ਼ਰਮ ਆਉਂਦੀ ਹੈ। जे गरपत है मूंड गुमानी ਮਹਾਰਾਜ ਜਿਹੜੇ ਪਹਾੜੀਏ ਹੰਕਾਰੀ ਨੇ, ਮੂਰਖ ਨੇ, साथ रावरे बैर महानी ਉਹ ਆਪ ਜੀ ਨਾਲ ਵੈਰ ਕਰਦੇ ਨੇ, ਉਹਨਾਂ ਦੀ ਮੱਤ ਤੇ ਪਰਦਾ ਪੈ ਗਿਆ ਹੈ। ਈਰਖਾ ਤੇ ਦਵੈਸ਼ ਨਾਲ ਬੁੱਧੀ ਮਲੀਨ ਹੋ ਚੁੱਕੀ ਹੈ। ਐਸੀ ਮਲੀਨ ਬੁੱਧੀ ਵਾਲੇ ਉਹ ਰਾਖਸ਼ ਬਿਰਤੀ ਵਾਲੇ ਪਹਾੜੀਏ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਆਪ ਜੀ ਨਾਲ ਦੁਸ਼ਮਣੀ ਰੱਖਦੇ ਹਨ, ਮਨ ਵਿੱਚ ਖੋਟ ਰੱਖਦੇ ਹਨ। तो आपके पूजन करे ਫਿਰ ਵੀ ਆਪ ਜੀ ਨੇ ਪੁੱਛਿਆ ਹੈ ਨਾ, ਆਪ ਜੀ ਜਾਣਦੇ ਸਭ ਕੁਝ ਹੋ। ਮਹਾਂਪੁਰਸ਼ ਜਾਣੀ ਜਾਣ ਹੁੰਦੇ ਨੇ, ਸਭ ਕੁਝ ਜਾਣਦੇ ਨੇ, ਪਰ ਜੇ ਕਿਸੇ ਕੋਲੋਂ ਪੁੱਛ ਲੈਣ ਕਾਕਾ ਸੁਣਾ ਤੇ ਉਹ ਅੱਗੋਂ ਇਹ ਨਾ ਆਖੇ ਮਹਾਰਾਜ ਤੁਸੀਂ ਜਾਣਦੇ ਹੀ ਹੋ, ਮੈਂ ਕਿਉਂ ਦੱਸਾਂ। ਉਹ ਕਹਿੰਦੇ ਆਪ ਜਾਣਦੇ ਹੋ, ਆਪ ਜੀ ਜਾਣੀ ਜਾਣੋ, ਇਸ ਗੱਲ ਵਿੱਚ ਤਾਂ ਕੋਈ ਸ਼ੱਕ ਨਹੀਂ, ਪਰ ਫਿਰ ਵੀ ਤੁਸੀਂ ਪੁੱਛਿਆ ਨਾ, ਪੁੱਛਿਆ ਤੁਹਾਡਾ ਹੁਕਮ ਹੈ, ਮੈਨੂੰ ਦੱਸਣਾ ਪੈਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹਨੂੰ ਕਹਿੰਦੇ ਆ ਵਿਵੇਕ ਬੁੱਧੀ। ਸਾਡੇ ਵਰਗਾ ਮੂਰਖ ਹੋਵੇ ਤੇ ਕਲਗੀਧਰ ਪਾਤਸ਼ਾਹ ਨੂੰ ਕਹੇ ਮਹਾਰਾਜ ਤੁਸੀਂ ਜਾਣਦੇ ਹੋ, ਮੈਂ ਨਹੀਂ ਦੱਸਣਾ, ਆਪੇ ਬੁੱਝ ਲਓ। ਉਹ ਬੁੱਝਦੇ ਤਾਂ ਹਨ, ਉਹ ਤਾਂ ਜਾਣਦੇ ਹਨ। ਮਹਾਰਾਜ ਜਾਣੀ ਜਾਣੋ ਤੁਸੀਂ, ਫਿਰ ਵੀ ਤੁਸੀਂ ਪੁੱਛਿਆ ਹੈ ਨਾ, ਤਾਂ ਉਹ ਆਪਕੇ ਬੂਝਨ ਕਰੇ। ਆਪ ਜੀ ਨੇ ਪੁੱਛਿਆ ਹੈ, ਇਸ ਕਰਕੇ कहते को मम चित अनुसरे ਤਾਂ ਮੇਰਾ ਚਿੱਤ ਕਰਦਾ ਕਿ ਮੈਂ ਆਪ ਜੀ ਨੂੰ ਸਾਰੀ ਵਾਰਤਾ ਜੋ ਕੁਝ ਉੱਥੇ ਵਾਪਰਿਆ ਹੈ ਸ੍ਰੀਨਗਰ ਦੇ ਵਿੱਚ ਉਹ ਸਾਰਾ ਕੁਝ ਦੱਸਾਂ। कृपा धार तुम दाय जतीना ਸੱਚੇ ਪਾਤਸ਼ਾਹ ਜੀ ਆਪ ਜੀ ਨੇ ਬੜੀ ਕਿਰਪਾ ਕਰਕੇ ਰਾਜਾ ਫਤਿਹ ਸ਼ਾਹ ਦੀ ਬੇਨਤੀ ਮੰਨੀ, ਉਹਦੀ ਬੇਟੀ ਦੇ ਵਿਆਹ ਵਾਸਤੇ 1.25 ਲੱਖ ਦਾ ਦਾਜ ਭੇਜਿਆ। हम को निरप टिक भेजन कीना ਸਾਨੂੰ ਭੇਜਿਆ ਰਾਜੇ ਦੇ ਕੋਲ। मिले जाए आदर बड़ ठाना ਮਹਾਰਾਜ ਅਸੀਂ 1.25 ਲੱਖ ਦਾ ਤੰਬੋਲ ਲੈ ਕੇ ਮੈਂ ਤੇ ਪੰਡਿਤ ਦਇਆ ਰਾਮ ਜੀ ਗਏ। ਰਾਜੇ ਫਤਿਹ ਸ਼ਾਹ ਨੇ ਸਾਡੀ ਬੜੀ ਇੱਜ਼ਤ ਕੀਤੀ, ਬੜਾ ਆਦਰ ਕੀਤਾ, ਸਾਡਾ ਡੇਰਾ ਵੀ ਬੜੇ ਸੋਹਣੇ ਬਾਗ ਵਿੱਚ ਲਵਾਇਆ। हम कहे सिवर कीन मैदाना ਉਹ ਤਾਂ ਕਹਿੰਦਾ ਸੀ ਸ਼ਹਿਰ ਵਿੱਚ ਡੇਰਾ ਕਰੋ, ਪਰ ਅਸੀਂ ਸਮਝਦੇ ਸੀ ਵੀ ਸ਼ਹਿਰ ਵਿੱਚ ਡੇਰਾ ਕਰਨਾ ਸੁਰੱਖਿਅਤ ਨਹੀਂ ਹੈ, ਹੋ ਸਕਦਾ ਇੱਥੇ ਕੋਈ ਲੜਾਈ ਝਗੜਾ ਨਾ ਹੋ ਜਾਵੇ, ਇਸ ਕਰਕੇ ਮੈਂ ਸ਼ਹਿਰ ਤੋਂ ਬਾਹਰ ਡੇਰਾ ਲਾਣਾ ਪਸੰਦ ਕੀਤਾ। रावर रोक बरात हटाई ਇਧਰੋਂ ਸੱਚੇ ਪਾਤਸ਼ਾਹ ਆਪ ਜੀ ਨੇ ਰਾਜੇ ਭੀਮ ਚੰਦ ਦੀ ਬਰਾਤ ਰੋਕ ਲਈ।
ਆਪ ਜੀ ਨੇ ਪੌਂਟੇ ਤੋਂ ਲੰਘਣ ਨਹੀਂ ਦਿੱਤਾ ਭੀਮ ਚੰਦ ਨੂੰ ਫੌਜਾਂ ਸਮੇਤ। ਸੁਧ ਸਭ ਸ੍ਰੀ ਨਗਰ ਸੁਨ ਪਾਈ। ਇਹ ਖਬਰ ਵੀ ਸ੍ਰੀਨਗਰ ਪਹੁੰਚ ਗਈ ਵੀ ਬਰਾਤ ਦੇਰੀ ਨਾਲ ਆਵੇਗੀ, ਕਿਉਂਕਿ ਕਲਗੀਧਰ ਨੇ ਪੌਂਟੇ ਤੋਂ ਬਰਾਤ ਅੱਗੇ ਨਹੀਂ ਲੰਘਣ ਦਿੱਤੀ। ਭਏ ਦਿਆਰ ਹਮ ਆਵਨ ਹਿਤ ਕੋ। ਸਾਨੂੰ ਪਤਾ ਲੱਗ ਗਿਆ ਸੀ ਵੀ ਆਪ ਜੀ ਨੇ ਬਰਾਤ ਰੋਕ ਲਈ ਹੈ ਤੇ ਇੱਥੇ ਗੜਬੜ ਹੋਣੀ ਹੈ। ਉਹ ਸਾਰਾ ਗੁੱਸਾ ਇਹਨਾਂ ਨੇ ਸਾਡੇ ਤੇ ਕੱਢਣਾ। ਅਸੀਂ ਥੋੜੇ ਆ, ਇਹ ਜ਼ਿਆਦਾ ਨੇ। ਇਸ ਕਰਕੇ ਅਸੀਂ ਉੱਥੋਂ ਵਾਪਸ ਆਉਣ ਨੂੰ ਤਿਆਰ ਹੋ ਪਏ ਸੀ। ਰਾਖੇ ਫਤਿਹ ਸ਼ਾਹ ਕਰ ਹਿਤ ਕੋ। ਪਰ ਰਾਜਾ ਫਤਿਹ ਸ਼ਾਹ ਨੇ ਬੜਾ ਹੀ ਪ੍ਰੇਮ ਕਰਕੇ ਬਹੁਤ ਜ਼ਿਆਦਾ ਹੱਥ ਜੋੜ ਕੇ ਸਾਨੂੰ ਫਿਰ ਰੱਖ ਲਿਆ। ਕਹਿਣ ਲੱਗਾ, ਦੀਵਾਨ ਜੀ ਅਜੇ ਨਹੀਂ ਜਾਣਾ, ਇਹ ਦਾਜ ਤੁਸੀਂ ਜਦੋਂ ਸਾਰੇ ਇਕੱਠੇ ਹੋ ਜਾਣਗੇ ਨਾ ਰਾਜੇ ਬਾਈ ਧਾਰ ਦੇ, ਉਦੋਂ ਦਾਨ ਕਰਿਆ ਜੇ। ਹੋਏ ਗਰੀਸ਼ਨ ਮੇਲ ਵਿਸਾਲਾ। ਪਹਾੜੀ ਰਾਜਿਆਂ ਦੇ ਨਾਲ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਦਾਜ ਉਦੋਂ ਦਿਆ ਜੇ ਜਦੋਂ ਸਾਰੇ ਰਾਜਿਆਂ ਦਾ ਮੇਲ ਹੋਵੇਗਾ। ਇਹ ਤੰਬੋਲ ਬੜ ਦੇਹੋ ਤਿਸ ਕਾਲਾ। ਇਹ ਐਡਾ ਵੱਡਾ ਜਿਹੜਾ ਤੰਬੋਲ ਤੁਸੀਂ 1.25 ਲੱਖ ਦਾ ਲੈ ਕੇ ਆਏ ਹੋ, ਇਹ ਉਦੋਂ ਹੀ ਦਿਆ ਜੇ ਜਦੋਂ ਸਾਰੇ ਰਾਜੇ ਆ ਜਾਣਗੇ। ਇਸ ਰਹੇ ਸੁਜਸ ਸਤਿਗੁਰੂ ਕੇਰਾ। ਜਦੋਂ ਰਾਜਿਆਂ ਦੀ ਸਭਾ ਲੱਗੇਗੀ, ਰਾਜੇ ਆਪੋ ਆਪਣਾ ਨਿਉਂਦਰਾ ਦੇਣਗੇ, ਕੰਨਿਆ ਦਾਨ ਦੇਣਗੇ, ਤੰਬੋਲ ਦੇਣਗੇ ਲੜਕੀ ਨੂੰ। ਉਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਘਰ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਸਪੁੱਤਰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਮ ਬੋਲਿਆ ਜਾਏਗਾ। ਉਦੋਂ ਮਹਾਰਾਜ ਗੁਰੂ ਘਰ ਦੀ ਸੋਭਾ ਹੋਵੇਗੀ। ਸੋ ਰਾਜਾ ਫਤਿਹ ਸ਼ਾਹ ਕਹਿੰਦਾ, ਪੰਡਿਤ ਜੀ ਮੇਰੀ ਇਹ ਬੇਨਤੀ ਹੈ ਕਿ ਕਿਰਪਾ ਕਰਕੇ ਤੁਸੀਂ ਅਜੇ ਥੋੜੇ ਦਿਨ ਹੋਰ ਸ੍ਰੀਨਗਰ ਚ ਰੁਕ ਜਾਓ। ਗੁਰੂ ਘਰ ਵੱਲੋਂ ਇਹ ਦਾਨ, ਇਹ ਕੰਨਿਆ ਦਾਨ ਕਰਕੇ ਜਾਇਆ ਜੇ। ਇਨਕੇ ਸਾਥ ਹੋਏ ਬੜ ਨੀਰਾ। ਆ ਕਹਿੰਦੇ ਜਦੋਂ ਗੁਰੂ ਦਾ ਜਸ ਹੋਵੇਗਾ ਤੇ ਮੇਰਾ ਵੀ ਹੋਵੇਗਾ ਗੁਰੂ ਦੇ ਨਾਲ। ਵੀ ਰਾਜਾ ਫਤਿਹ ਸ਼ਾਹ ਉੱਤੇ ਗੁਰੂ ਘਰ ਦੀ ਕਿੰਨੀਆਂ ਬਖਸ਼ਿਸ਼ਾਂ ਨੇ, ਕਲਗੀਧਰ ਪਾਤਸ਼ਾਹ ਕਿੰਨੇ ਦਿਆਲੂ ਨੇ ਵੀ ਜਿਹਦੀ ਲੜਕੀ ਵਾਸਤੇ ਆਪ ਜੀ ਨੇ 1.25 ਲੱਖ ਦਾ ਦਾਜ ਭੇਜਿਆ ਹੈ। ਵਸਤ ਅਜਾਇਬ ਕੋ ਸਭ ਹੀਰੇ। ਮਹਾਰਾਜ ਸਾਰੀਆਂ ਕੀਮਤੀ ਵਸਤੂਆਂ ਜਿਹੜੀਆਂ ਤੁਸੀਂ ਲੈ ਕੇ ਆਏ ਹੋ ਉਹ ਸਾਰੀ ਬਰਾਦਰੀ ਵੇਖੇਗੀ, ਭਾਈਚਾਰਾ ਵੇਖੇਗਾ। ਵਧੇ ਵਿਆਹ ਉਤਸਾਹ ਕਨੇਰੇ। ਔਰ ਵਿਆਹ ਦਾ ਉਤਸ਼ਾਹ ਹੋਰ ਵੱਧ ਜਾਏਗਾ। ਉਤਸਵ ਜਿਹੜਾ ਉਹ ਜ਼ਿਆਦਾ ਦੁੱਗਣਾ ਚੌਗਣਾ ਹੋ ਜਾਏਗਾ ਜਦੋਂ ਸਾਰਿਆਂ ਰਾਜਿਆਂ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ 1.25 ਲੱਖ ਦਾ ਤੰਬੋਲ ਤੁਸੀਂ ਦਿਓਗੇ। ਇਦਿਆਦਿਕ ਮਿਰਦ ਬਾਖ ਬਖਾਨੇ। ਇਸ ਤਰ੍ਹਾਂ ਰਾਜਾ ਫਤਿਹ ਸ਼ਾਹ ਨੇ ਗੁਰੂ ਜੀ ਸਾਡੇ ਅੱਗੇ ਬੇਨਤੀਆਂ ਕੀਤੀਆਂ। ਸੁਨ ਹਮ ਰਹੇ ਨੀਕ ਕਰ ਜਾਣੇ। ਅਸੀਂ ਉਹਦੀ ਬੇਨਤੀ, ਉਹਦੀ ਗੱਲ ਸੁਣ ਕੇ ਸਮਝਿਆ ਵੀ ਠੀਕ ਕਹਿੰਦਾ। ਆਪਣੇ ਵੱਲੋਂ ਮਰਿਆਦਾ ਤਾਂ ਇਹੀ ਹੈ ਵੀ ਵਿਆਹ ਸ਼ਾਦੀ ਤੇ ਜਾਈਏ, ਜਿੰਨਾ ਚਿਰ ਵਿਆਹ ਸ਼ਾਦੀ ਦਾ ਕੰਮ ਸੰਪੂਰਨ ਨਹੀਂ ਹੁੰਦਾ ਉੱਥੋਂ ਆਣਾ ਨਹੀਂ ਚਾਹੀਦਾ। ਇਹ ਮਰਿਆਦਾ ਹੈ। ਅੱਜ ਕੱਲ ਦੇ ਲੋਕਾਂ ਨੂੰ ਪਤਾ ਨਹੀਂ, ਅੱਜ ਕੱਲ ਤਾਂ ਉਹ ਕਾਰਡ ਵੀ ਜਿਹੜਾ ਹੈ ਨਾ ਉਹ ਫੋਨ 'ਚ ਹੀ ਭੇਜ ਦਿੰਦੇ ਨੇ WhatsApp ਤੇ ਅਗਲਾ ਵੀ ਫਿਰ ਸਗਨ WhatsApp ਤੇ 500 ਦਾ ਨੋਟ ਛਾਪ ਕੇ ਭੇਜ ਦਿੰਦਾ, ਕਹਿੰਦਾ ਚੰਗਾ ਜਿਹੋ ਜਿਹਾ ਕਾਰਡ ਉਹੋ ਜਿਹਾ ਹੀ ਸਗਨ, ਉਹਦੇ ਵਿੱਚ ਹੀ ਲੱਡੂ ਜਲੇਬੀਆਂ, ਉਹਦੇ ਵਿੱਚ ਹੀ ਸਾਰਾ ਕੁਝ ਫੋਨ ਤੇ ਹੋ ਗਿਆ। ਹੁਣ ਤਾਂ ਪਹਿਲਾਂ ਇਹ ਹੁੰਦਾ ਸੀ ਵੀ ਜਿੰਨਾ ਚਿਰ ਬਰਾਤ ਆਈ ਹੈ, ਜੇ ਮੇਲ ਵਾਲੇ ਆਏ ਨੇ ਨਾ ਲੜਕੀ ਵਾਲੇ ਪਾਸੇ, ਜਿੰਨਾ ਚਿਰ ਬਰਾਤ ਡੋਲੀ ਲੈ ਕੇ ਚਲੀ ਨਹੀਂ ਜਾਂਦੀ ਉਹਨਾਂ ਚਿਰ ਉੱਥੇ ਰਹਿਣਾ। ਤੇ ਜਿਹੜੇ ਬਰਾਤ ਨਾਲ ਗਏ ਨੇ ਉਹ ਵੀ ਬਰਾਤ ਦੇ ਨਾਲ ਜਾਣਗੇ। ਪਹਿਲਾਂ ਤਾਂ 5-7 ਦਿਨ ਉਹਨਾਂ ਨੂੰ ਉੱਥੇ ਆਉਂਦਿਆਂ ਲੱਗ ਜਾਂਦੇ ਸੀ ਮੁੰਡੇ ਵਾਲਿਆਂ ਦੇ ਘਰ। ਫਿਰ ਉਹ ਬਰਾਤ ਪਤਾ ਨਹੀਂ ਕਿੰਨੀ ਦੂਰ ਜਾਣੀ ਹੈ, ਜਿੰਨੀ ਦੂਰ ਜਾਣੀ ਉਹਨਾਂ ਟਾਈਮ ਲੱਗਣਾ। ਘੱਟੋ ਘੱਟ 3 ਦਿਨ ਕੁੜੀ ਵਾਲਿਆਂ ਦੇ ਘਰ ਰੁਕਣਾ, ਘੱਟੋ ਘੱਟ 3 ਰਾਤਾਂ ਤਾਂ ਰਹਿਣਾ ਹੀ ਰਹਿਣਾ। ਫਿਰ ਵਾਪਸ ਆਉਣਾ, ਫਿਰ 1-2 ਰਾਤਾਂ ਮੁੰਡੇ ਵਾਲਿਆਂ ਦੇ ਘਰ ਰਹਿ ਕੇ ਤੇ ਬਰਾਤੀਆਂ ਨੇ ਫਿਰ ਜਾਣਾ। ਇਹ ਮਰਿਆਦਾ ਸੀ। ਤੇ ਹੁਣ ਤਾਂ ਮਿੰਟੋ ਮਿੰਟੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜ ਪੈ ਜਾਂਦੇ ਆ ਉੱਥੋਂ ਹੀ ਸਗਨ ਫੜਾ ਕੇ। ਸੋ ਉਸ ਵੇਲੇ ਦੀ ਮਰਿਆਦਾ ਸੀ ਵੀ ਜਿੰਨਾ ਚਿਰ ਵਿਆਹ ਕਾਰਜ ਪੂਰਾ ਨਹੀਂ ਨਾ ਹੁੰਦਾ ਉਹਨਾਂ ਚਿਰ ਵਿੱਚੋਂ ਜਾ ਨਹੀਂ ਸੀ ਸਕਦੇ। ਦੀਵਾਨ ਆਨੰਦ ਚੰਦ ਜੀ ਸਤਿਗੁਰੂ ਕਲਗੀਧਰ ਜੀ ਨੂੰ ਦੱਸ ਰਹੇ ਨੇ ਕਿ ਅਸੀਂ ਤਾਂ ਮਹਾਰਾਜ ਉੱਥੋਂ ਨਿਕਲਣਾ ਚਾਹੁੰਦੇ ਸੀ। ਸਾਡੇ ਨਿਕਲਣ ਦਾ ਕਾਰਨ ਇਹ ਸੀ ਵੀ ਉੱਥੇ ਲੜਾਈ ਦਾ ਖਤਰਾ ਸੀ।
ਸਾਨੂੰ ਇਹ ਲੱਗਦਾ ਸੀ ਰਾਜਿਆਂ ਨਾਲ ਸਾਡੀ ਅਣਬਣ ਹੋਈ ਹੈ, ਕੋਈ ਨਾ ਕੋਈ ਇੱਥੇ ਲੜਾਈ ਹੋ ਜਾਣੀ ਹੈ, ਤੇ ਇਸ ਕਰਕੇ ਆਉਣਾ ਚਾਹੁੰਦੇ ਸੀ। ਪਰ ਰਾਜਾ ਫਤਿਹ ਸ਼ਾਹ ਕਹਿਣ ਲੱਗਾ, ਜਿੰਨਾ ਚਿਰ ਮਹਾਰਾਜ ਡੋਲੀ ਨਹੀਂ ਤੁਰਦੀ ਉਹਨਾਂ ਚਿਰ ਤੁਸੀਂ ਨਹੀਂ ਜਾਣਾ, ਜਿੰਨਾ ਚਿਰ ਦਾਨ ਕੰਨਿਆ ਦਾਨ ਦਾਜ ਵਗੈਰਾ ਨਹੀਂ ਦੇ ਲੈਂਦੇ ਤੁਸੀਂ ਨਹੀਂ ਜਾਣਾ। ਇਸ ਕਰਕੇ ਮਹਾਰਾਜ ਅਸੀਂ ਉਹਦੀ ਨੀਤੀ ਯੁਕਤ ਗੱਲ ਸੁਣ ਕੇ ਰੁਕ ਗਏ। ਦਿਵਸ ਕਿਤਕ ਮਹਿ ਆਏ ਬਰਾਤੀ, ਫਿਰ ਮਹਾਰਾਜ ਕੁਝ ਦਿਨਾਂ ਬਾਅਦ ਬਰਾਤੀ ਵੀ ਆ ਗਏ। ਕਰਿਓ ਟੁਕਾਓ ਖਰਚ ਤਨ ਪਾਤੀ। ਕਹਿੰਦੇ ਉਸ ਵੇਲੇ ਰਾਜਾ ਭੀਮ ਚੰਦ ਆਪਣੇ ਪੁੱਤਰ ਦੇ ਵਿਆਹ ਵਿੱਚ ਬਹੁਤ ਲੇਟ ਪਹੁੰਚਿਆ। ਉਹਦੇ ਪੁੱਤਰ ਦਾ ਵਿਆਹ ਪਹਿਲਾਂ ਹੋ ਚੁੱਕਾ ਸੀ ਤੇ ਆਪ ਦੇਰੀ ਨਾਲ ਆਇਆ, ਤੇ ਜਦੋਂ ਸਾਰਾ ਕੁਝ ਹੋ ਗਿਆ ਨਿਜ ਨਿਜ ਰੀਤ ਕੀਨ ਤਿਸ ਦੋ। ਦੋਹਾਂ ਪਾਸਿਆਂ ਤੋਂ ਰਾਜਿਆਂ ਨੇ ਆਪਣੀ ਆਪਣੀ ਕੁਲ ਰੀਤ ਕੀਤੀ, ਵੈਦਿਕ ਤੇ ਲੋਕਿਕ ਰੀਤ ਸੰਪੂਰਨ ਕੀਤੀ ਹੈ। ਭਏ ਮੁਦਤ ਚਿਤ ਮਹਿ ਸਭ ਕੋ। ਔਰ ਸਾਰੇ ਖੁਸ਼ ਹੋਏ, ਬੜੇ ਪ੍ਰਸੰਨ ਹੋਏ, ਵਿਆਹ ਬੜੀ ਖੁਸ਼ੀ ਨਾਲ ਹੋ ਗਿਆ, ਨਿਬੜ ਗਿਆ। ਦਾਇਜ ਦੀਨ ਦਿਵਸ ਜਬ ਆਇਓ। ਜਦੋਂ ਦਾਨ ਦੇਣ ਦਾ ਕੰਨਿਆ ਦਾਜ ਦਾ ਟਾਈਮ ਹੋਇਆ, ਦਾਜ ਵਿਖਾਣ ਦਾ, ਹੁਣ ਤਾਂ ਰਿਵਾਜ ਬਹੁਤ ਬਦਲ ਗਏ ਨੇ ਨਾ। ਪਹਿਲਾਂ ਕੀ ਹੁੰਦਾ ਸੀ, ਕੁੜੀ ਨੂੰ ਦਾਜ ਦਿੰਦੇ ਸੀ ਤੇ ਉਹ ਦਾਜ ਰੱਖ ਕੇ ਵਿਖਾਇਆ ਕਰਦੇ ਸੀ। ਗਰੀਬ ਤੋਂ ਗਰੀਬ ਆਦਮੀ ਵੀ ਦਾਨ ਥੋੜਾ ਬੜਾ ਦਿੰਦਾ ਸੀ, ਉਹ ਵੀ ਦਿਖਾਉਂਦਾ ਸੀ। ਵੱਡੇ ਲੋਕ ਬਹੁਤਾ ਵਿਖਾਵਾ ਕਰਦੇ ਸੀ। ਮਹਾਰਾਜ ਨੇ ਆਪਣੀ ਬਾਣੀ ਵਿੱਚ ਉਹਦਾ ਏਦਾਂ ਉਚਾਰਨ ਕੀਤਾ ਹੈ, ਹੋਰ ਮਨਮੁਖ ਦਾਜ ਜੇ ਰੱਖ ਦਿਖਾਲੈ, ਸੋ ਕੂੜ ਅਹੰਕਾਰ ਕੱਚ ਪਾਜੋ, ਹਰ ਪ੍ਰਭ ਮੇਰੇ ਬਾਬਲਾ, ਹਰ ਦੇਵੋ ਦਾਨ ਮੈਂ ਦਾਜੋ। ਮਹਾਰਾਜ ਕਹਿੰਦੇ ਜਿਹੜੇ ਮਨਮੁਖ ਦਾਜ ਵਿਖਾਉਂਦੇ ਨੇ, ਹੰਕਾਰ ਦਾ ਹੀ ਵਿਖਾਵਾ ਕਰਦੇ ਨੇ। ਅਸਲੀ ਦਾਨ ਤਾਂ ਇਹ ਹੈ ਜਿਹੜਾ ਬੱਚੀ ਨੂੰ ਕਹਿ ਦਿਓ, ਬੱਚੀ ਤੂੰ ਨਾਮ ਜਪੀ, ਸਤਸੰਗ ਕਰੀ, ਕਥਾ ਕੀਰਤਨ ਨਾਲ ਜੁੜੀ ਰਵੀਂ, ਆਪਣੇ ਸਹੁਰੇ ਘਰ ਜਾ ਕੇ ਮਾਪਿਆਂ ਦੀ ਇੱਜ਼ਤ ਬਣਾ ਕੇ ਰੱਖੀ। ਇਹ ਦਾਨ ਦੇਣਾ ਚਾਹੀਦਾ, ਪਰ ਇਹ ਕੋਈ ਕੋਈ ਦਿੰਦਾ ਹੈ। ਸੋ ਖੈਰ, ਜਦੋਂ ਦਾਜ ਦਿਖਾਉਣ ਦਾ ਟਾਈਮ ਹੋਇਆ, ਪਠ ਮਾਨਵ ਕੋ ਹਮੇ ਬੁਲਾਇਓ। ਰਾਜੇ ਫਤਿਹ ਸ਼ਾਹ ਨੇ ਆਪਣਾ ਨੌਕਰ ਭੇਜਿਆ ਕਿ ਦੀਵਾਨ ਆਨੰਦ ਚੰਦ ਤੇ ਪੰਡਿਤ ਦਇਆ ਰਾਮ ਜੀ ਨੂੰ ਕਹੋ ਕਿ 10ਵੇਂ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਿੰਨਾ ਦਾਜ ਭੇਜਿਆ ਹੈ ਉਹ ਲੈ ਕੇ ਸਭਾ ਵਿੱਚ ਦਰਸ਼ਨ ਦੇਣ। ਦੇਉ ਆਪ ਕੋ ਹਮ ਲੈ ਗਏ। ਇਹ ਸਤਿਗੁਰੂ ਜੀ, ਤੁਹਾਡਾ ਦਿੱਤਾ ਹੋਇਆ ਦਾਨ ਲੈ ਕੇ, 1.25 ਲੱਖ ਦਾ ਤੰਬੋਲ ਲੈ ਕੇ ਅਸੀਂ ਜਦੋਂ ਰਾਜੇ ਫਤਿਹ ਸ਼ਾਹ ਦੀ ਕਚਹਿਰੀ ਚ ਪਹੁੰਚੇ, ਫਰਸ ਵਿਸਾਲ ਦਾਸ ਤਬ ਗਏ। ਬੜਾ ਵੱਡਾ ਮੰਡਪ ਲੱਗਿਆ ਹੋਇਆ ਸੀ, ਦਾਜ ਮੰਡਪ, ਦਹੇਜ ਮੰਡਪ ਕਹਿੰਦੇ ਉਹਨੂੰ। ਉਹਦੇ ਵਿੱਚ ਸਿਰਫ ਦਾਜ ਹੀ ਰੱਖਿਆ ਹੋਇਆ ਸੀ। ਜੋ ਫਤਿਹ ਸ਼ਾਹ ਨੇ ਆਪ ਆਪਣੀ ਲੜਕੀ ਨੂੰ ਦੇਣਾ ਸੀ ਉਹ ਵੱਖਰਾ, ਜਿਹੜਾ ਬਾਕੀ ਰਾਜਿਆਂ ਨੇ ਦੇਣਾ ਸੀ ਭਾਈਚਾਰੇ ਦਾ, ਨਾਨਕਿਆਂ ਵੱਲੋਂ, ਹੋਰ ਪਰਿਵਾਰਾਂ ਵੱਲੋਂ, ਉਹ ਵੱਖਰਾ। ਅਸੀਂ ਵੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਆਪ ਜੀ ਦਾ ਦਿੱਤਾ ਹੋਇਆ 1.25 ਲੱਖ ਦਾ ਤੰਬੋਲ ਲੈ ਕੇ ਉੱਥੇ ਗਏ। ਵਸਤ ਅਜਾਇਬ ਜਬ ਦਿਖਰਾਈ। ਜਦੋਂ ਅਸੀਂ ਗੁਰੂ ਘਰ ਦਾ ਦਾਜ ਖਿਲਾਰਿਆ, ਵਿਖਾਇਆ, ਬੜੀਆਂ ਅਜੀਬੋ-ਗਰੀਬ ਵਸਤੂਆਂ ਸਨ, ਬੇਸ਼ਕੀਮਤੀ ਚੀਜ਼ਾਂ ਸਨ। ਸੋਨੇ ਦੀਆਂ ਥਾਲੀਆਂ, ਚਾਂਦੀ ਦੀਆਂ ਥਾਲੀਆਂ, ਕੌਲੀਆਂ, ਭਾਂਡੇ ਸੋਨੇ ਦੇ, ਗਹਿਣੇ ਲੜਕੀ ਦੇ ਪਾਉਣ ਵਾਸਤੇ ਬੜੇ ਬੜੇ ਮਹਿੰਗੇ, ਕੱਪੜੇ ਬੜੇ ਅਜੀਬ ਗਰੀਬ ਸੁੰਦਰ, ਤੇ 9-9 ਲੱਖੇ ਹਾਰ ਜਿਵੇਂ ਪਾਉਂਦੇ ਸੀ ਨਾ ਉਸ ਜ਼ਮਾਨੇ ਦੇ ਵਿੱਚ, ਏਦਾਂ ਦੇ ਹਾਰ ਸੋਨੇ ਦੇ, ਉਹ ਜਦੋਂ ਅਸੀਂ ਦਿਖਾਏ ਹਨ। ਸਰਬ ਗਿਰੰਦਰਨ ਦ੍ਰਿਸ਼ਟ ਲਗਾਈ। ਤਾਂ ਉਸ ਵੇਲੇ ਜਿੰਨੇ ਵੀ ਰਾਜੇ ਸਨ ਉੱਥੇ, ਉਹ ਸਾਰਿਆਂ ਦੀਆਂ ਅੱਖਾਂ ਟੱਡੀਆਂ ਰਹਿ ਗਈਆਂ। ਉਹ ਸਾਰੇ ਹੋਰ ਪਾਸਿਓਂ ਤੇ ਹਟ ਗਏ ਤੇ ਗੁਰੂ ਮਹਾਰਾਜ ਤੁਹਾਡਾ ਦਿੱਤਾ ਜਿਹੜਾ ਦਾਜ ਸੀ ਉਹਨੂੰ ਹੀ ਵੇਖਣ ਲੱਗ ਪਏ। ਊਚ ਨੀਚ ਤਬ ਲਗੇ ਸਰਾਹਨ। ਜਿੰਨੇ ਵੀ ਉਸ ਕਚਹਿਰੀ ਦੇ ਵਿੱਚ ਸ਼ਾਮਲ ਸਨ, ਊਚ ਨੀਚ, ਵੱਡੇ ਛੋਟੇ, ਸਭ ਕਹਿਣ ਲੱਗੇ ਵੀ ਦਾਜ ਤਾਂ ਆ ਹੈ ਜਿਹੜਾ 10ਵੇਂ ਪਾਤਸ਼ਾਹ ਨੇ ਖੁੱਲੇ ਦਿਲ ਨਾਲ ਦਿੱਤਾ ਹੈ। ਹਜੂਰ ਨੇ ਇੱਕ ਪੰਕਤੀ ਕ੍ਰਿਸ਼ਨ ਅਵਤਾਰ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਹੈ। ਮਹਾਰਾਜ ਆਪ ਆਪਣੀ ਬਾਣੀ ਦੇ ਵਿੱਚ ਬੜੀਆਂ ਗੱਲਾਂ ਬਰੀਕ ਛੂੰਹਦੇ ਨੇ। ਕਹਿੰਦੇ ਰੀਝ ਕੇ ਦਾਨ ਦਿਓ ਜਿਨ ਕੋ। ਕਹਿੰਦੇ ਕੈਸਾ ਬਚਨ ਹੈ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਿਹਨੂੰ ਰੀਝ ਕੇ ਦਾਨ ਦਿੰਦਾ ਨਾ, ਕਹਿੰਦੇ ਰੱਬ ਜਦੋਂ ਦਿੰਦਾ ਛੱਪਰ ਪਾੜ ਕੇ ਦਿੰਦਾ। ਪੰਜਾਬੀ ਦੀ ਆਮ ਬੋਲੀ ਕਹਾਵਤ ਹੈ। ਉਹ ਕਹਿੰਦੇ ਰੀਝ ਕੇ ਦਾਨ ਦਿਓ ਜਿਨ ਕੋ, ਜਿਹਨੂੰ ਰੀਝ ਕੇ ਦਿੱਤਾ ਨਾ, ਤੈਨ ਮੰਗਣ ਕੋ ਨਾ ਕਹੂੰ ਮਨ ਕੀਨੋ। ਫਿਰ ਉਹਨੂੰ ਮੰਗਣ ਦੀ ਲੋੜ ਨਹੀਂ ਰਹਿੰਦੀ, ਉਹ ਫਿਰ ਕਿਸੇ ਅੱਗੇ ਹੱਥ ਟੱਡਣ ਜੋਗਾ ਨਹੀਂ ਰਹਿੰਦਾ। ਉਹਦੀਆਂ ਤੇ ਫਿਰ
ਕਹਿੰਦੇ ਵੀ 12 ਪੀੜ੍ਹੀਆਂ ਰੱਜ ਜਾਂਦੀਆਂ, ਉਹਦੀਆਂ ਤੇ 21 ਕੁਲਾਂ ਤਰ ਜਾਂਦੀਆਂ। ਆ ਮੇਰੇ ਸੱਚੇ ਪਾਤਸ਼ਾਹ ਜੀ ਨੇ ਐਸੀਆਂ ਕੀਮਤੀ ਚੀਜ਼ਾਂ ਭੇਜੀਆਂ, ਐਸੇ ਸੋਹਣੇ ਸੋਹਣੇ ਤੋਹਫੇ ਭੇਜੇ, ਐਸੇ ਸੋਨੇ ਦੇ ਗਹਿਣੇ ਤੇ ਸੋਨੇ ਦੀਆਂ ਥਾਲੀਆਂ ਤੇ ਚਾਂਦੀ ਦੇ ਭਾਂਡੇ ਭੇਜੇ, ਜਿਨ੍ਹਾਂ ਨੂੰ ਵੇਖ ਵੇਖ ਕੇ 22 ਧਾਰ ਦੇ ਰਾਜਿਆਂ ਦੀਆਂ ਅੱਖਾਂ ਪਾਟੀਆਂ ਰਹਿ ਗਈਆਂ। ਜਿਹੇ ਸਮ ਨਿਰਪ ਦਾਇਜ ਪੀ ਨਾਹਿਨ। ਕਹਿੰਦੇ ਰਾਜਿਆਂ ਦਾ ਦਾਜ ਵੀ ਜਿਹੜਾ ਸੀ ਤਾਂ ਉਹਦੇ ਬਰਾਬਰ ਨਹੀਂ ਸੀ। ਫਤਿਹ ਸ਼ਾਹ ਵੀ ਜਿਹੜਾ ਆਪਣੀ ਲੜਕੀ ਨੂੰ ਦੇ ਰਿਹਾ ਸੀ ਨਾ, ਉਹ ਵੀ ਇੰਨਾ ਸੋਹਣਾ ਸਮਾਨ ਨਹੀਂ ਸੀ ਜਿਹੜਾ ਕਲਗੀਧਰ ਪਾਤਸ਼ਾਹ ਨੇ ਉਹਦੀ ਲੜਕੀ ਲਈ ਭੇਜਿਆ ਸੀ। ਭੀਮ ਚੰਦ ਔਰ ਆਨੰਦ ਭਰੇ। ਰਾਜਾ ਭੀਮ ਚੰਦ ਵੀ ਦੇਖ ਰਿਹਾ ਸੀ, ਚੀਜ਼ਾਂ ਵੇਖ ਵੇਖ ਕੇ ਖੁਸ਼ ਹੋ ਰਿਹਾ ਸੀ। ਮਨੁੱਖ ਸਮੀਪੀ ਪੂਜਨ ਕਰੇ। ਫਿਰ ਉਸਨੇ ਆਪਣੇ ਕੋਲ ਬੈਠਿਆਂ ਬੰਦਿਆਂ ਨੂੰ ਪੁੱਛ ਲਿਆ, ਪ੍ਰਥਕ ਦਿਖਾਵੇ ਇਹ ਕਿਸ ਕੀਰਾ। ਉਹ ਰਾਜਾ ਭੀਮ ਚੰਦ ਆਪਣੇ ਨਾਲਦਿਆਂ ਨੂੰ ਪੁੱਛਦਾ, ਆ ਜਿਹੜਾ ਸਭ ਤੋਂ ਵੱਖਰਾ ਜਿਹਾ ਸਮਾਨ ਪਿਆ ਹੈ, ਜਿਹੜਾ ਮਹਿੰਗਾ ਜਿਹਾ ਸਮਾਨ ਪਿਆ ਹੈ, ਮਹਿੰਗੇ ਭਾਂਡੇ ਹਨ, ਮਹਿੰਗੇ ਗਹਿਣੇ ਹਨ, ਮਹਿੰਗੇ ਕੱਪੜੇ ਹਨ, ਇਹ ਕਿਧਰੋਂ ਆਇਆ ਹੈ? ਜਿਸ ਪਰ ਲਾਗਿਓ ਮੋਲ ਘਨੇਰਾ। ਇਹਦੇ ਤੇ ਲੱਗਦਾ ਪੈਸਾ ਬਹੁਤ ਲੱਗਾ। ਬਾਕੀ ਰਾਜੇ ਵੀ ਦਾਜ ਲੈ ਕੇ ਆਏ ਨੇ, ਪਰ ਆਹ ਬੜਾ ਕੀਮਤੀ ਸਮਾਨ ਹੈ। ਤਬ ਲੋ ਭਾਟ ਪੁਕਾਰ ਸੁਨਾਇਓ। ਅਜੇ ਭੀਮ ਚੰਦ ਪੁੱਛ ਹੀ ਰਿਹਾ ਸੀ ਨਾਲ ਦੇ ਬੰਦੇ ਨੂੰ ਕਿ ਭੱਟ ਨੇ ਉੱਚੀ ਆਵਾਜ਼ ਵਿੱਚ ਸੱਚੇ ਪਾਤਸ਼ਾਹ ਆਪ ਜੀ ਦਾ ਨਾਮ ਬੋਲ ਦਿੱਤਾ। ਇਹ ਤਬੋਲ ਸਤਿਗੁਰੂ ਬਿਠਾਇਓ। ਭੱਟ ਨੇ ਉੱਚੀ ਹੇਕ ਲਾ ਕੇ ਪੜ੍ਹਿਆ ਕਿ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਗੱਦੀ, ਗੁਰੂ ਰਾਮਦਾਸ ਸਾਹਿਬ ਜੀ ਦੀ ਅੰਸ਼-ਬੰਸ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤਰੇ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਨੰਦਨ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਆ ਦਾਜ ਭੇਜਿਆ ਹੈ। ਸੁਨ ਖੁਨਸਿਓ ਮਨ ਮੂਰਖ ਮਾਨੀ। ਪਹਿਲਾਂ ਤਾਂ ਖੁਸ਼ ਹੋ ਰਿਹਾ ਸੀ ਸਮਾਨ ਵੇਖ ਕੇ ਭੀਮ ਚੰਦ, ਜਦੋਂ ਤੁਹਾਡਾ ਨਾਂ ਸੁਣਿਆ ਤੇ ਖੁਣ ਸਿਖਾ ਗਿਆ ਮੂਰਖ ਹੰਕਾਰੀ। ਸਮਦੀ ਸਨ ਕਹਿ ਕਠਨ ਪਖਾਨੀ। ਤੇ ਗੁੱਸੇ 'ਚ ਆ ਕੇ ਲਾਲ ਪੀੜਾ ਹੋ ਕੇ ਆਪਣੇ ਕੁੜਮ ਫਤਿਹ ਸ਼ਾਹ ਨੂੰ ਬੋਲਿਆ, ਦੁਸ਼ਮਨ ਅਧਿਕ ਬਿਗਨ ਜਿਸ ਕੀਓ। ਕਹਿਣ ਲੱਗਾ, ਜਿਹੜੇ ਬੰਦੇ ਨੇ, ਜਿਸ ਗੁਰੂ ਨੇ ਮੇਰੇ ਨਾਲ ਐਡੀ ਦੁਸ਼ਮਣੀ ਕੀਤੀ ਹੈ, ਮੈਨੂੰ ਆਪਣੇ ਪੁੱਤਰ ਦੇ ਵਿਆਹ ਵਿੱਚ ਟਾਈਮ ਸਿਰ ਨਹੀਂ ਪਹੁੰਚਣ ਦਿੱਤਾ, ਮੇਰੀ ਬਰਾਤ ਰੋਕ ਲਈ ਹੈ ਪੌਂਟੇ ਵਿੱਚ। ਇਤ ਐਬੀ ਕੋ ਪੰਥ ਨਾ ਦਿਓ। ਮੈਂ ਇੱਧਰ ਆਉਣਾ ਚਾਹੁੰਦਾ ਸੀ ਆਪਣੇ ਮੁੰਡੇ ਦੀ ਬਰਾਤ ਦੇ ਨਾਲ, ਤੇ ਰਸਤਾ ਨਹੀਂ ਦਿੱਤਾ ਸਾਨੂੰ। ਤਿਸ ਕੇ ਸੰਗ ਸਖਾਪਨ ਠਾਨਾ। ਫਤਿਹ ਸ਼ਾਹ ਮੇਰਾ ਕੁੜਮ ਹੋਵੇ ਤੇ ਗੁਰੂ ਗੋਬਿੰਦ ਸਿੰਘ ਨਾਲ ਦੋਸਤੀ ਰੱਖੇ, ਦੁਸ਼ਮਣ ਨਾਲ ਦੋਸਤੀ, ਮਾਂ ਦੀ ਸੌਕਣ ਧੀ ਦੀ ਸਹੇਲੀ, ਜਾਂ ਧੀ ਦੀ ਸਹੇਲੀ ਮਾਂ ਦੀ ਸੌਕਣ, ਏਦਾਂ ਇਹ ਜਿਹੜੀ ਗੱਲ ਬਣ ਗਈ ਹੈ। ਇਹ ਵੀ ਮੇਰੋ ਸ਼ਤਰ ਮਹਾਨਾ। ਇਹ ਰਾਜਾ ਫਤਿਹ ਸ਼ਾਹ ਵੀ ਮੇਰਾ ਦੁਸ਼ਮਣ ਹੈ, ਜਿਹਨੇ ਮੇਰੇ ਦੁਸ਼ਮਣ ਨੂੰ ਨਿਉਂਦੇ ਤੇ ਸੱਦਿਆ ਹੈ। ਦੋਰਾ ਤਿਆਗ ਚਲੋ ਨਿਜ ਦੇਸ਼। ਗੁੱਸੇ 'ਚ ਆ ਕੇ ਮਹਾਰਾਜ ਰਾਜਾ ਭੀਮ ਚੰਦ ਬੋਲਿਆ, ਮੈਂ ਇਹਦੀ ਲੜਕੀ ਨਹੀਂ ਲੈ ਕੇ ਜਾਣੀ, ਡੋਲਾ ਛੱਡ ਕੇ ਚਲਾ ਜਾਵਾਂਗਾ। ਇਨ ਕਹਿ ਕੀਨਸ ਕੋਪ ਵਿਸ਼ੇਸ਼। ਏਦਾਂ ਕਹਿ ਕੇ ਬੜਾ ਹੀ ਗੁੱਸਾ ਕੀਤਾ ਭੀਮ ਚੰਦ ਨੇ। ਤਬੇ ਕੂਜ ਬਜਵਾਏ ਨਗਾਰਾ। ਤਾਂ ਰਾਜੇ ਭੀਮ ਚੰਦ ਨੇ ਉੱਥੋਂ ਜਾਣ ਦਾ ਨਗਾਰਾ ਵਜਾਤਾ, ਕੂਚ ਦਾ ਨਗਾਰਾ। ਜਦੋਂ ਕੋਈ ਫੌਜਾਂ ਨੂੰ ਕੂਚ ਦਾ ਨਗਾਰਾ ਸੁਣਾਈ ਦਿੰਦਾ ਨਾ, ਉਸੇ ਵੇਲੇ ਘੋੜਿਆਂ ਤੇ ਕਾਠੀਆਂ ਪਾ ਲੈਂਦੇ। ਦਲਾਂ ਪੰਥਾਂ ਵਿੱਚ ਹੁਣ ਵੀ ਮਰਜ਼ਾਦਾ ਹੈ, ਨਗਾਰਾ ਵੱਖਰਾ ਵੱਖਰਾ ਵੱਜਦਾ। ਆਮ ਲੋਕਾਂ ਨੂੰ ਨਹੀਂ ਪਤਾ ਵੀ ਨਗਾਰਾ ਉਹ ਇੱਕੋ ਠੱਪ 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 ਕਰਕੇ ਵਜਾ ਦਿੰਦੇ ਅਸੀਂ। ਨਗਾਰੇ ਦੀਆਂ ਬਹੁਤ ਸਾਰੀਆਂ ਆਵਾਜ਼ਾਂ। ਅੰਮ੍ਰਿਤ ਵੇਲੇ 1 ਵਜੇ ਨਗਾਰਾ ਵੱਜਦਾ, ਉਹਦੀ ਆਵਾਜ਼ ਹੋਰ ਹੁੰਦੀ ਹੈ। ਜਦੋਂ ਆਸਾ ਜੀ ਦੀ ਵਾਰ ਦਾ ਭੋਗ ਪੈਂਦਾ ਉਦੋਂ ਹੋਰ ਹੁੰਦੀ ਹੈ। ਜਦੋਂ ਲੰਗਰ ਦਾ ਨਗਾਰਾ ਵੱਜਦਾ ਉਦੋਂ ਹੋਰ ਹੁੰਦੀ ਹੈ। ਜਦੋਂ ਦੇਗਾਂ ਦਾ ਨਗਾਰਾ ਵੱਜਦਾ ਉਦੋਂ ਚੋਭਾਂ ਹੋਰ ਹੁੰਦੀਆਂ ਨੇ, ਤੇ ਜਦੋਂ ਕੂਚ ਦਾ ਨਗਾਰਾ ਵੱਜਦਾ ਉਹਦੀਆਂ ਚੋਭਾਂ ਹੋਰ ਹੁੰਦੀਆਂ ਨੇ। ਉਹਦਾ ਮਤਲਬ ਹੁੰਦਾ ਵੀ ਹੁਣ ਸਾਰੀ ਫੌਜ ਨੂੰ ਪਤਾ ਲੱਗ ਜਾਂਦਾ ਵੀ ਹੁਣ ਚਾਲੇ ਦਾ ਨਗਾਰਾ। ਤੋਂ ਭੀਮ ਚੰਦ ਦੀ ਫੌਜ ਦੇ ਵਿੱਚ ਵੀ ਚਾਲੇ ਦਾ ਨਗਾਰਾ ਵੱਜ ਗਿਆ, ਤੇ ਉਹਦੀਆਂ ਫੌਜਾਂ ਘੋੜਿਆਂ ਤੇ ਕਾਠੀਆਂ ਪਾਉਣ ਲੱਗ ਪਈਆਂ। ਫਤਿਹ ਸ਼ਾਹ ਸੁਨ ਕਰ ਡਰ ਘਾਰਾ। ਜਦੋਂ ਇਸ ਗੱਲ ਦਾ ਪਤਾ ਰਾਜੇ ਫਤਿਹ ਸ਼ਾਹ ਨੂੰ ਲੱਗਾ ਵੀ ਮੇਰਾ ਕੁੜਮ ਰੁੱਸ ਕੇ ਚੱਲਿਆ ਹੈ, ਦੀਨ ਬਾਗ ਦੇ ਕਹਿ ਸਨਮਾਨਾ। ਉਹਨੇ ਰਾਜੇ ਫਤਿਹ ਸ਼ਾਹ ਨੇ ਬੜੀ ਨਿਮਰਤਾ ਨਾਲ, ਬੜੀ ਦੀਨਤਾ ਨਾਲ ਭੀਮ ਚੰਦ ਦੇ ਹੱਥ ਜੋੜੇ। ਭੀਮ ਚੰਦ ਤਬ ਤਾਹੇ ਬਖਾਨਾ। ਅੱਗੋਂ ਰਾਜਾ ਭੀਮ ਚੰਦ ਬੋਲਿਆ, ਜੇ ਸਤਿਗੁਰ ਕੇ ਸੰਗ ਨ ਰਹੇ ਹੋ। ਦੇਖ ਫਤਿਹ ਸ਼ਾਹ,
ਤੂੰ ਮੇਰੇ ਦੁਸ਼ਮਣ ਨੂੰ ਗੁਰੂ ਗੋਬਿੰਦ ਸਿੰਘ ਨੂੰ ਆਪਣਾ ਮਿੱਤਰ ਬਣਾਇਆ ਹੋਇਆ, ਇਸ ਕਰਕੇ ਮੈਂ ਤੇਰੀ ਲੜਕੀ ਛੱਡ ਕੇ ਚੱਲਿਆ। ਜੇ ਤੂੰ ਮੇਰਾ ਕੁੜਮ ਹੈ, ਮੇਰੇ ਨਾਲ ਆਪਣੀ ਬੇਟੀ ਤੋਰਨੀ ਹੈ ਔਰ ਮੇਰੇ ਨਾਲ ਰਿਸ਼ਤੇਦਾਰੀ ਰੱਖਣੀ ਹੈ, ਤਾਂ ਫਿਰ ਅੱਗੇ ਹੋ ਕੇ ਮੋਹਰੇ ਹੋ ਕੇ ਤੂੰ ਗੁਰੂ ਨਾਲ ਲੜੇਗਾ। ਜੇ ਤੂੰ ਗੁਰੂ ਨਾਲ ਲੜਨ ਲਈ ਤਿਆਰ ਹੈ ਤਾਂ ਫਿਰ ਮੇਰੀ ਤੇਰੀ ਰਿਸ਼ਤੇਦਾਰੀ ਨਿਭ ਜਾਏਗੀ। ਸੁਭਟਨ ਛੀਨ ਸ਼ਸਤਰ ਅਸ ਲੈ ਹੋ। ਫਿਰ ਸਭ ਤੋਂ ਪਹਿਲਾਂ ਇਹ ਕੰਮ ਕਰ ਵੀ ਜਿਹੜੇ ਗੁਰੂ ਗੋਬਿੰਦ ਸਿੰਘ ਨੇ 500 ਸਿੱਖ ਭੇਜੇ ਨੇ, ਉਹਨਾਂ ਦੇ ਘੋੜੇ ਖੋਹ ਲੈ, ਉਹਨਾਂ ਦੇ ਸ਼ਸਤਰ ਖੋਹ ਲੈ, ਸਿੱਖਾਂ ਨੂੰ ਨੰਗੇ ਪੈਰੀ ਤੁੜਾ ਦੇ ਜਾਂ ਮਾਰ ਕੇ ਨਦੀ 'ਚ ਰੋੜ ਦੇ। ਤੋਰ ਰਸ ਰਹਿ ਤੋਰ ਅਰ ਮੋਰਾ। ਜੇ ਤੂੰ ਸਿੱਖਾਂ ਦੇ ਘੋੜੇ ਖੋਹ ਲਵੇਂ, ਸਿੱਖਾਂ ਦੇ ਸ਼ਸਤਰ ਖੋਹ ਲਵੇਂ, ਤਾਂ ਤੇਰੀ ਮੇਰੀ ਰਿਸ਼ਤੇਦਾਰੀ ਨਿਭੇਗੀ। ਨਤ ਮੈਂ ਛੋੜ ਚਲੋ ਇਤ ਡੋਰਾ। ਨਹੀਂ ਤਾਂ ਫਤਿਹ ਸ਼ਾਹ ਤੇਰੀ ਲੜਕੀ ਤੇਰੇ ਘਰ ਰਹੇਗੀ ਤੇ ਮੈਂ ਆਪਣਾ ਮੁੰਡਾ ਲੈ ਕੇ ਵਾਪਸ ਚਲਾ ਜਾਵਾਂਗਾ। ਤਿਨ ਕੇ ਕਹੇ ਦੀਨ ਹੋਏ ਮਾਨੀ। ਸੋ ਸਾਧ ਸੰਗਤ ਜੀ, ਇਹ ਗੱਲ ਦੀਵਾਨ ਆਨੰਦ ਚੰਦ ਗੁਰੂ ਸਾਹਿਬ ਨੂੰ ਆ ਕੇ ਦੱਸ ਰਿਹਾ, ਸੁਣਾ ਰਿਹਾ ਉੱਥੇ ਜੋ ਕੁਝ ਬੀਤਿਆ। ਕਿਉਂਕਿ ਮਹਾਰਾਜ ਨੇ ਪੁੱਛਿਆ, ਦੀਵਾਨ ਜੀ ਸੁਣਾਓ ਉੱਥੇ ਸ੍ਰੀਨਗਰ 'ਚ ਕੀ ਕੁਝ ਹੋਇਆ? ਤਾਂ ਉਹ ਕਹਿ ਰਿਹਾ, ਮਹਾਰਾਜ ਜਦੋਂ ਇਸ ਤਰ੍ਹਾਂ ਭੀਮ ਚੰਦ ਨੇ ਰਾਜੇ ਫਤਿਹ ਸ਼ਾਹ ਨੂੰ ਕਿਹਾ, ਕਾਹੇ ਨੂਰਪਤ ਜਥਾ ਬਖਾਨੀ। ਜਿਹੜਾ ਕਹਿਲੂਰ ਦਾ ਰਾਜਾ ਭੀਮ ਚੰਦ ਬੋਲ ਰਿਹਾ ਸੀ, ਉਹਦੀਆਂ ਗੱਲਾਂ ਰਾਜਾ ਫਤਿਹ ਸ਼ਾਹ ਨੂੰ ਮੰਨਣੀਆਂ ਪਈਆਂ। ਇਮਕਿਨ ਫਤਿਹ ਸ਼ਾਹ ਜਬ ਆਇਓ। ਇਹ ਸਲਾਹ ਕਰਕੇ ਜਦੋਂ ਰਾਜਾ ਫਤਿਹ ਸ਼ਾਹ ਆਇਆ, ਹਮ ਦੇਸ਼ ਮੁਖ ਰੁਖ ਅਪਰ ਬਨਾਇਓ। ਪਹਿਲਾਂ ਤੇ ਸਾਡੇ ਨਾਲ ਬੜਾ ਪ੍ਰੇਮ ਨਾਲ ਬੋਲਦਾ ਸੀ, ਸਾਡੇ ਅੱਗੇ ਪਲਕਾਂ ਵਿਛਾਉਂਦਾ ਸੀ, ਪਰ ਰਾਜੇ ਭੀਮ ਚੰਦ ਨੇ ਐਸੀ ਚਾਬੀ ਘੁਮਾਈ ਕਿ ਫਤਿਹ ਸ਼ਾਹ ਸਾਨੂੰ ਫਤਿਹ ਬੁਲਾਣੋਂ ਵੀ ਹਟ ਗਿਆ। ਆਇਆ, ਅਸੀਂ ਦੇਖ ਲਿਆ ਵੀ ਉਹਦੇ ਚਿਹਰੇ ਦਾ ਰੰਗ ਉੱਡਿਆ ਹੋਇਆ, ਉਹਦੇ ਚਿਹਰੇ ਤੇ ਹਾਵ ਭਾਵ ਬਦਲੇ ਹੋਏ ਨੇ। ਅਸੀਂ ਰਾਜੇ ਭੀਮ ਚੰਦ ਦੀ ਤੇ ਫਤਿਹ ਸ਼ਾਹ ਦੀ ਘੁਸਰ ਮੁਸਰ ਵੀ ਦੂਰੋਂ ਦੇਖ ਲਈ ਵੀ ਹੋ ਰਹੀ ਹੈ, ਅੱਖਾਂ ਬਦਲ ਗਈਆਂ ਨੇ, ਲੜਾਈ ਦਾ ਮਾਹੌਲ ਹੈ। ਮੈਂ ਤੇ ਪੰਡਤ ਜੀ ਨੇ ਸਲਾਹ ਕੀਤੀ, ਕਿਰਪਾ ਅਬ ਕੀ ਤੇ ਹਮ ਜਾਨਾ। ਮਹਾਰਾਜ ਤੁਹਾਡੀ ਕਿਰਪਾ ਨਾਲ ਸਾਨੂੰ ਸਮਝ ਆ ਗਈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ ਜੀ, ਅੱਜ ਦੇ ਸਿੱਖਾਂ ਦਾ ਤੇ ਉਸ ਸਮੇਂ ਦੇ ਸਿੱਖਾਂ ਦਾ ਇਹੀ ਫਰਕ ਹੈ, ਆਪਣੀ ਮੱਤ ਦਾ ਆਪਣੀ ਤਾਕਤ ਦਾ ਵਿਖਾਵਾ ਨਹੀਂ ਸੀ ਕਰਦੇ, ਨਾ ਆਪਣੇ ਸਰੀਰਕ ਤਾਕਤ ਦਾ ਤੇ ਨਾ ਆਪਣੀ ਬੁੱਧੀ ਦੀ ਤਾਕਤ ਦਾ। ਉਹ ਕਹਿੰਦੇ ਸੀ ਬੁੱਧੀ ਵੀ ਗੁਰੂ ਸਾਹਿਬ ਤੁਹਾਡੀ, ਬਲ ਵੀ ਗੁਰੂ ਸਾਹਿਬ ਤੁਹਾਡਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੁਹਾਡੀ ਕਿਰਪਾ ਨਾਲ ਸੱਚੇ ਪਾਤਸ਼ਾਹ ਅਸੀਂ ਜਾਣ ਲਿਆ। ਭਇਓ ਬਿਮੁਖ ਰਿਪ ਕੋ ਬਚਮਾਨਾ। ਅਸੀਂ ਜਾਣ ਗਏ ਵੀ ਰਾਜਾ ਫਤਿਹ ਸ਼ਾਹ ਬੇਮੁਖ ਹੋ ਗਿਆ, ਆਪਣੇ ਕੁੜਮ ਦੀ ਗੱਲ ਮੰਨ ਕੇ, ਗੁਰੂ ਘਰ ਦੇ ਦੁਸ਼ਮਣ ਭੀਮ ਚੰਦ ਦੀ ਗੱਲ ਮੰਨ ਕੇ ਗੁਰੂ ਘਰ ਤੋਂ ਵਿਰੋਧੀ ਹੋ ਗਿਆ ਹੈ। ਚਹਿਓ ਨਾ ਦੀਨ ਦਾਜ ਕੋ ਤਬੈ। ਫਿਰ ਸਤਿਗੁਰੂ ਜੀ ਅਸੀਂ ਸੋਚਿਆ ਵੀ ਜਿਹੜੇ ਦੁਸ਼ਮਣ ਹੀ ਬਣ ਗਏ ਨੇ, ਜਿਹੜੇ ਸਾਡੀ ਜਾਨ ਦੇ ਵੈਰੀ ਬਣ ਗਏ ਨੇ, ਇਹਨਾਂ ਦੇ ਨਾਲ ਨਿਉਂਦਾ ਭਾਜੀ ਕਾਹਦੀ? ਇਹਨਾਂ ਨੂੰ 1.25 ਲੱਖ ਦਾ ਤੰਬੋਲ ਕਿਉਂ ਦਈਏ? ਅਸੀਂ ਉਹ ਸਾਰਾ ਦਾਜ ਦਾ ਸਮਾਨ ਜਿਹੜਾ ਆਪ ਜੀ ਨੇ ਭੇਜਿਆ ਸੀ ਵਾਪਸ ਚੁੱਕ ਲਿਆ। ਕਰਿਓ ਸਕੀਲਨ ਤੂਰਨ ਤਬੈ। ਅਸੀਂ ਬੜੀ ਫੁਰਤੀ ਨਾਲ ਸਮਾਨ ਇਕੱਠਾ ਕਰਕੇ ਲੱਦ ਲਿਆ ਨਿਜ ਸੁਖਤਾਨ ਸਵਧਾਨ ਬਣਾਏ। ਔਰ ਆਪਣੀ ਫੌਜ ਦੇ ਜਿੰਨੇ ਯੋਧੇ ਸੀ ਅਸੀਂ ਸਾਰਿਆਂ ਨੂੰ ਕਿਹਾ ਵੀ ਸਾਵਧਾਨ ਹੋ ਜਾਣਾ, ਆਪਾਂ ਹੁਣ ਪੌਂਟੇ ਸਾਹਿਬ ਪਹੁੰਚਣਾ ਛੇਤੀ ਤੋਂ ਛੇਤੀ। ਸਿਵਰ ਆਪਨੇ ਤਤ ਛਿਨ ਆਏ। ਅਸੀਂ ਫਟਾਫਟ ਉਹਨਾਂ ਦੀ ਕਚਹਿਰੀ ਚੋਂ ਸਮਾਨ ਚੁੱਕ ਕੇ ਪਹਿਲਾਂ ਆਪਣੇ ਡੇਰੇ ਵਿੱਚ ਆਏ ਜੀਨ ਤੁਰੰਗਮ ਡਾਰ ਉਤਾਲੇ। ਔਰ ਅੱਖ ਦੀ ਫੁਰਤੀ ਦੇ ਨਾਲ ਬੜੀ ਛੇਤੀ ਦੇ ਨਾਲ ਘੋੜਿਆਂ ਤੇ ਕਾਠੀਆਂ ਪਾ ਲਈਆਂ ਭਏ ਤਿਆਰ ਹਥਿਆਰ ਸੰਭਾਲੇ। ਔਰ ਅਸੀਂ ਆਪਣੇ ਘੋੜੇ ਕੱਸ ਲਏ, ਸ਼ਸਤਰ ਸੰਭਾਲ ਲਏ। ਤਬ ਇੱਕ ਨਰ ਤੂਰਨ ਹੀ ਆਵਾ। ਐਨੇ ਨੂੰ ਇੱਕ ਬੰਦਾ ਬੜੀ ਛੇਤੀ ਨਾਲ ਆਇਆ। ਮੰਤਰ ਗਰੇਸ਼ਨ ਕੀਨ ਬਤਾਵਾ। ਕਹਿੰਦੇ ਉਸ ਬੰਦੇ ਨੇ ਸਾਨੂੰ ਦੱਸਿਆ ਵੀ ਰਾਜਿਆਂ ਨੇ ਤੁਹਾਡਾ ਰਾਹ ਰੋਕਣ ਦੀਆਂ ਤਿਆਰੀਆਂ ਕਰ ਲਈਆਂ ਨੇ। ਕਿਉਂ ਤੁਮ ਬਿਲਮੇ ਕਰੋ ਪਿਆਨਾ। ਉਸ ਬੰਦੇ ਨੇ ਸਾਨੂੰ ਦੱਸਿਆ ਵੀ ਤੁਸੀਂ ਦੇਰੀ ਨਾ ਕਰੋ, ਇੱਕ ਮਿੰਟ ਤੁਹਾਡੇ ਲਈ ਕੀਮਤੀ ਹੈ, ਆਪਣੀਆਂ ਜਾਨਾਂ ਲੈ ਕੇ ਇੱਥੋਂ ਨਿਕਲ ਜਾਓ, ਨਤ ਘਾਟਾ ਰੋਕਨ ਕਉ ਠਾਨਾ। ਨਹੀਂ ਤਾਂ
ਆ ਤੁਹਾਡਾ ਜਿਹੜਾ ਪੌਂਟੇ ਸਾਹਿਬ ਵਾਲੇ ਪਾਸੇ ਰਸਤਾ ਜਾਣਾ ਹੈ, ਉਹਦੇ ਵਿੱਚ ਇੱਕ ਬੜਾ ਖਤਰਨਾਕ ਘਾਟਾ ਹੈ। ਉਸ ਘਾਟੇ ਦੇ ਤੁਹਾਨੂੰ ਰੋਕ ਕੇ ਤੁਹਾਡੇ ਕੋਲੋਂ ਘੋੜੇ ਖੋਹ ਲੈਣੇ ਨੇ, ਤੁਹਾਡੇ ਸ਼ਸਤਰ ਖੋਹ ਲੈਣੇ ਨੇ, ਹੋ ਸਕਦਾ ਤੁਹਾਨੂੰ ਜਾਨੋਂ ਵੀ ਮਾਰ ਕੇ ਨਦੀ ਚ ਰੋੜ ਦੇਣ। सब राजन की सेना तैयारी, ਸਾਰੀ 22 ਧਾਰ ਦੇ ਰਾਜਿਆਂ ਦੀ ਫੌਜ ਤਿਆਰ ਹੋ ਗਈ ਹੈ ਤੁਹਾਨੂੰ 500 ਸਿੱਖਾਂ ਨੂੰ ਲੁੱਟਣ ਖੋਹਣ ਵਾਸਤੇ। करियो चाहे सब लूट तुम्हारी, ਇਹ ਸਾਰੇ ਤੁਹਾਨੂੰ ਲੁੱਟਣਾ ਚਾਹੁੰਦੇ ਨੇ। है हथियार जान नहता है, ਨਾ ਤਾਂ ਤੁਹਾਡਾ ਕੋਈ ਘੋੜਾ ਜਾਣ ਦੇਣਾ ਪੌਂਟੇ ਸਾਹਿਬ ਇਹਨਾਂ ਨੇ, ਤੇ ਨਾ ਕੋਈ ਸ਼ਸਤਰ ਜਾਣ ਦੇਣਾ ਹੈ। रुक जा है कुछ बस ना बसा है, ਜੇ ਕਿਤੇ ਉਹ ਘਾਟਾ ਪਹਾੜੀਆਂ ਨੇ ਰੋਕ ਲਿਆ ਫਿਰ ਤੁਹਾਡਾ ਕੋਈ ਵਸ ਨਹੀਂ ਚੱਲੇਗਾ। केतक पाठ दीने तहबीर, ਤੇ ਮਹਾਰਾਜ ਉਹਨਾਂ ਨੇ ਛੇਤੀ ਛੇਤੀ ਕੁਝ ਬੰਦੇ ਉਸ ਘਾਟੇ ਦੇ ਭੇਜ ਵੀ ਦਿੱਤੇ ਸਨ। चढ़ो तुरत अब पाए बहीर, ਤੇ ਮਹਾਰਾਜ ਸਾਨੂੰ ਪਤਾ ਲੱਗਾ ਵੀ ਇਹ ਰਸਤਾ ਤੁਹਾਡਾ ਰੁਕ ਚੱਲਿਆ, ਛੇਤੀ ਕਰੋ ਜਿੰਨਾ ਛੇਤੀ ਹੋ ਸਕਦਾ ਘਾਟਿਓਂ ਪਾਰ ਲੰਘ ਜਾਓ। हम चिंता तुर अतिशय भये, हे ਗੁਰੂ ਜੀ ਸਾਨੂੰ ਬੜੀ ਚਿੰਤਾ ਹੋਈ, ਅਸੀਂ ਚਾਰੇ ਪਾਸਿਓਂ ਘਿਰ ਗਏ ਸੀ। ਸਾਧ ਸੰਗਤ ਜੀ ਮੇਰਾ ਖਿਆਲ ਹੈ ਜਿਨ੍ਹਾਂ ਨੇ ਹੇਮਕੁੰਟ ਸਾਹਿਬ ਦੀ ਯਾਤਰਾ ਕੀਤੀ ਹੈ ਉਹਨਾਂ ਨੂੰ ਉਸ ਲੋਕੇਸ਼ਨ ਦਾ ਪਤਾ ਹੈ। ਸ਼੍ਰੀਨਗਰ ਦਾ ਉਹ ਪਹਾੜੀ ਇਲਾਕਾ ਹੈ ਵੀ ਆਪਣੇ ਵਰਗੇ ਪੰਜਾਬੀਆਂ ਨੂੰ ਤਾਂ ਮਸੀ ਚਲੋ ਹੇਮਕੁੰਟ ਸਾਹਿਬ ਪਹੁੰਚ ਜਾਈਏ ਗੱਡੀਆਂ ਕਾਰਾਂ 'ਚ, ਉਹਦੇ ਵਿੱਚ ਵੀ ਬੜੀ ਥਕਾਵਟ ਤੇ ਬੜੀਆਂ ਕਠਿਨਾਈਆਂ ਹੁੰਦੀਆਂ ਰਸਤੇ ਵਿੱਚ। ਆਲੇ ਦੁਆਲੇ ਕੀ ਆ ਕੀ ਪਤਾ, ਜਿਹੜਾ ਬੰਦਾ ਉਧਰ ਗਿਆ ਹੀ ਨਹੀਂ ਪਹਾੜੀ ਰਸਤਿਆਂ ਦਾ ਕਿੱਥੋਂ ਨਿਕਲਣਾ ਕਿੱਥੋਂ ਨਹੀਂ, ਉਹ ਉਧਰ ਦੇ ਭੇਤੀ ਹਨ। ਪਿੰਡ ਵੀ ਉਹਨਾਂ ਦੇ, ਸ਼ਹਿਰ ਵੀ ਉਹਨਾਂ ਦੇ, ਦੁਨੀਆ ਸਾਰੀ ਉਹਨਾਂ ਦੀ ਪਹਾੜੀਆਂ ਦੀ। ਜੇ ਉਹ ਕਿਤੇ ਬੰਦੇ ਨੂੰ ਰੋਕ ਲੈਣ ਉੱਥੋਂ ਨਿਕਲਣਾ ਬੜਾ ਮੁਸ਼ਕਲ ਹੈ। ਸੋ ਐਸੀ ਜਗ੍ਹਾ ਤੇ ਗੁਰੂ ਜੀ ਅਸੀਂ ਘਿਰ ਗਏ, ਸਾਨੂੰ ਚਾਰੇ ਪਾਸੇ ਮੌਤ ਦਿਖਾਈ ਦਿੰਦੀ ਸੀ। बाग तुम्हारे सिमरन के, ਅਸੀਂ ਚਿੰਤਾ 'ਚ ਪੈ ਗਏ, ਪਰ ਸਾਨੂੰ ਫਿਰ ਤੁਹਾਡੇ ਉਹ ਬਚਨ ਯਾਦ ਆ ਗਏ। ਜਦੋਂ ਅਸੀਂ ਚੱਲੇ ਸੀ ਪੌਂਟੇ ਤੋਂ ਤੇ ਕਲਗੀਧਰ ਪਾਤਸ਼ਾਹ ਆਪ ਜੀ ਨੇ ਕਿਹਾ ਸੀ ਜੇ ਔਖਾ ਸਮਾਂ ਬਣ ਜੇ ਤੇ ਅਰਦਾਸ ਕਰਿਆ ਜੇ। ਆਪ ਜੀ ਦੇ ਬਚਨ ਚੇਤੇ ਕਰਕੇ तुरत अरोहे होए कर चाले, ਉਸੇ ਵੇਲੇ ਤਿਆਰ ਬਰ ਤਿਆਰ ਹੋ ਕੇ ਘੋੜਿਆਂ ਤੇ ਸਵਾਰ ਹੋ ਕੇ ਅਸੀਂ ਚਾਲੇ ਪਾਤੇ। बिखे बहारी आवत जाले, ਅਸੀਂ ਵੇਖਿਆ ਹਜ਼ਾਰਾਂ ਪਹਾੜੀਏ ਬੰਦੂਕਾਂ ਲੈ ਕੇ ਘੋੜੇ ਲੈ ਕੇ ਪਿੱਛੇ ਤੁਰੇ ਆ ਰਹੇ ਸਨ। हैन दवाए पंथ तिस आए, ਬੜੇ ਘੋੜੇ ਦੁੜਾਈ ਆਉਂਦੇ ਸਨ ਸਾਨੂੰ ਰੋਕਣ ਤੇ ਲੁੱਟਣ ਖੋਹਣ ਵਾਸਤੇ। अल्प देख हम तुपक चलाए, ਜਿਹੜੇ ਸਾਹਮਣੇ ਸਨ ਉਹ ਥੋੜੇ ਹੀ ਸਨ, ਅਸੀਂ ਉਹਨਾਂ ਨੂੰ ਵੇਖ ਕੇ ਗੋਲੀਆਂ ਚਲਾ ਦਿੱਤੀਆਂ। जब शरक को शब्द उठावा, ਜਦੋਂ ਅਸੀਂ ਗੋਲੀਆਂ ਦੋਹਾਂ ਪਾਸਿਆਂ ਦੇ ਪਿੱਛੇ ਪੰਡਤ ਦਇਆ ਰਾਮ ਜੀ ਸਨ ਤੇ ਅਗਲੇ ਪਾਸੇ ਦੀਵਾਨ ਕਹਿੰਦਾ ਮੈਂ ਸੀ। थल थल मैं दल अटक रहावा, ਅਸੀਂ ਦੋਵਾਂ ਥਾਵਾਂ ਤੇ ਦੁਸ਼ਮਣ ਦੀ ਫੌਜ ਨੂੰ ਰੋਕ ਲਿਆ। ਪਿਛਲੇ ਪਾਸੇ ਵਾਲੇ ਪਿਛਾ ਰੁਕ ਕੇ ਗੋਲੀਆਂ ਤੋਂ ਡਰਦੇ ਮਾਰੇ, ਤੇ ਜਿਹੜੇ ਅੱਗੇ ਸਨ ਪਹਾੜੀਏ ਉਹਨਾਂ ਨੂੰ ਵੀ ਅਸੀਂ ਠਾ ਬਹੁਤ ਗੋਲੀਆਂ ਚਲਾ ਕੇ ਡਰਾ ਦਿੱਤਾ। आगे अरे कुछ जे वीर, ਜਿਹੜੇ ਕੁਝ ਸੂਰਮੇ ਸਾਡਾ ਰਾਹ ਰੋਕ ਕੇ ਖੜੇ ਸਨ ਪਹਾੜੀਏ, दिन पर त्यागे तुपक रो तीर, ਅਸੀਂ ਉਹਨਾਂ ਦੇ ਤੀਰਾਂ ਤੇ ਗੋਲੀਆਂ ਦਾ ਮੀਂਹ ਵਰਾ ਦਿੱਤਾ। केतक मरे घायल को भये, ਉਹਨਾਂ ਵਿੱਚੋਂ ਕਈ ਪਹਾੜੀਏ ਸਾਡੀਆਂ ਗੋਲੀਆਂ ਨਾਲ ਮਾਰੇ ਗਏ ਤੇ ਕਈ ਜ਼ਖਮੀ ਹੋ ਗਏ। हमरो आगा ताज कर गए, ਫਿਰ ਉਹ ਸਾਡਾ ਰਾਹ ਛੱਡ ਕੇ ਅੱਗੋਂ ਹਟ ਗਏ। फतेह पाए गुर बने सहाई, ਇਹ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਸਾਡੀ ਸਹਾਇਤਾ ਕੀਤੀ, ਅਸੀਂ ਫਤਿਹ ਪਾ ਕੇ ਮਹਾਰਾਜ ਉਹ ਘਾਟਾ ਫਤਿਹ ਕਰਕੇ ਲੰਘ ਆਏ। इस बिद पहुंचे आन इथाई, ਇਸ ਤਰ੍ਹਾਂ ਸਤਿਗੁਰੂ ਜੀ ਅਸੀਂ ਇੱਥੇ ਪਹੁੰਚੇ ਹਾਂ। ਆਪ ਜੀ ਨੇ ਪੁੱਛਿਆ ਨਾ ਵੀ ਸੁਣਾਓ ਸ੍ਰੀਨਗਰ 'ਚ ਕੀ ਹੋਇਆ। ਜੋ ਸ੍ਰੀਨਗਰ 'ਚ ਹੋਇਆ ਮਹਾਰਾਜ ਉਹ ਅਸੀਂ ਤੁਹਾਨੂੰ ਦੱਸ ਦਿੱਤਾ ਹੈ। सकल भेद हम सुन कर आए, ਤੇ ਮਹਾਰਾਜ ਉੱਥੋਂ ਦਾ ਸਾਰਾ ਭੇਦ ਸੁਣ ਕੇ ਆਏ ਹਾਂ, ਸਾਰੀ ਗੱਲ ਦਾ ਪਤਾ ਹੈ ਸਾਨੂੰ। मंत्र कीन सब मिल गिर राए, ਸਾਨੂੰ ਇਹ ਪਤਾ ਵੀ ਪਿੱਛੇ 22 ਧਾਰ ਦੇ ਰਾਜੇ ਇਕੱਠੇ ਹੋਏ ਨੇ ਸ੍ਰੀਨਗਰ 'ਚ ਤੇ ਬੜੀ ਵੱਡੀ ਮੀਟਿੰਗ ਉਹਨਾਂ ਨੇ ਕੀਤੀ ਹੈ। फतेह शाह सो तब ठहराई, ਤੇ ਸਾਰਿਆਂ ਰਾਜਿਆਂ ਨੇ ਰਾਜੇ ਫਤਿਹ ਸ਼ਾਹ ਨੂੰ ਅੱਗੇ ਲਾਇਆ
ਫਤਿਹ ਸ਼ਾਹ ਦੇ ਮੋਢਿਆਂ ਦੇ ਸਾਰਾ ਭਾਰ ਪਾਇਆ ਹੈ। ਜਾਏ ਪ੍ਰਥਮ ਤੂੰ ਪਾਏ ਲੜਾਈ। ਰਾਜੇ ਫਤਿਹ ਸ਼ਾਹ ਨੂੰ ਕਿਹਾ ਭੀਮ ਚੰਦ ਨੇ ਵੀ ਜੇ ਤੂੰ ਮੇਰਾ ਕੁੜਮ ਹੈ, ਜੇ ਤੂੰ ਮੇਰੇ ਨਾਲ ਰਿਸ਼ਤੇਦਾਰੀ ਰੱਖਣੀ ਹੈ, ਅੱਗੇ ਹੋ ਕੇ ਤੂੰ ਗੁਰੂ ਨਾਲ ਲੜਾਈ ਮਚਾਏਗਾ, ਅਸੀਂ ਤੇਰੇ ਨਾਲ ਹੋ ਕੇ ਗੁਰੂ ਨਾਲ ਲੜਾਂਗੇ। ਤੂੰ ਸਾਰੀ ਬਰਾਤ ਦਾ ਲਾੜਾ ਬਣਨਾ ਜੰਗ ਦਾ। ਕਿਉਂ ਕਿ ਰਾਜੇ ਦਾ ਇਲਾਕਾ ਸੀ ਨਾ, ਉਹ ਜਿਹੜਾ ਜਿੱਥੇ ਪੌਂਟਾ ਸਾਹਿਬ ਵਸਿਆ ਉੱਥੇ ਹੱਦ ਸੀਗੀ, ਬਾਰਡਰ ਸੀਗਾ। ਇੱਕ ਪਾਸੇ ਰਿਆਸਤ ਸਾਰਮੋਰ ਤੇ ਦੂਜੇ ਪਾਸੇ ਰਿਆਸਤ ਗੜਵਾਲ। ਗੜਵਾਲ ਦਾ ਰਾਜਾ ਸੀ ਫਤਿਹ ਸ਼ਾਹ ਤੇ ਸਾਰਮੋਰ ਦਾ ਰਾਜਾ ਸੀ ਮੇਦਨੀ ਪ੍ਰਕਾਸ਼। ਇਹਨਾਂ ਦੋਵਾਂ ਦੀ ਆਪਸ 'ਚ ਲੜਾਈ ਸੀ। ਸਾਰਮੋਰ ਦੀ ਰਾਜਧਾਨੀ ਸੀ ਨਾਨ ਜਿਹੜਾ ਉਹ ਰਾਜਧਾਨੀ ਸੀ ਤੇ ਇਲਾਕੇ ਦਾ ਨਾਮ ਸੀ ਸਾਰਮੋਰ। ਆ ਜਿਹੜਾ ਬੜੂ ਸਾਹਿਬ ਗੁਰਦੁਆਰਾ ਜਿੱਥੇ ਸਕੂਲ ਖੁੱਲਿਆ ਹੋਇਆ ਹੈ, ਇਹ ਵੀ ਸਾਰਮੋਰ ਰਿਆਸਤ ਦੇ ਵਿੱਚ ਪੈਂਦਾ। ਪੌਂਟਾ ਸਾਹਿਬ ਸਾਰਮੋਰ ਰਿਆਸਤ ਵਿੱਚ ਪੈਂਦਾ। ਉਸ ਤੋਂ ਪਰੇ ਟੱਪ ਜਾਓ ਤੇ ਅੱਗੇ ਰਿਆਸਤ ਗੜਵਾਲ ਸ਼ੁਰੂ ਹੋ ਜਾਂਦੀ। ਉਹ ਦੋਵਾਂ ਰਾਜਾਂ ਦੀ ਹੱਦ ਸੀਗੀ। ਤੇ ਰਾਜਾ ਫਤਿਹ ਸ਼ਾਹ ਦੀ ਤੇ ਮੇਦਨੀ ਪ੍ਰਕਾਸ਼ ਦੀ 10ਵੇਂ ਪਾਤਸ਼ਾਹ ਨੇ ਸੁਲ੍ਹਾ ਕਰਾ ਦਿੱਤੀ ਸੀ। ਅੱਜ ਉਹੀ ਫਤਿਹ ਸ਼ਾਹ ਨੂੰ ਰਾਜੇ ਕਹਿ ਰਹੇ ਨੇ ਵੀ ਤੂੰ ਅੱਗੇ ਲੱਗ, ਕਿਉਂਕਿ ਤੂੰ ਇਸ ਇਲਾਕੇ ਦਾ ਰਾਜਾ ਹੈ। ਕਾਨੂੰਨੀ ਤੌਰ ਤੇ ਅਸੀਂ ਕਹਿ ਸਕਾਂਗੇ ਵੀ ਇਹਦੀ ਲੜਾਈ ਸੀ ਗੁਰੂ ਨਾਲ ਤੇ ਅਸੀਂ ਇਹਦੇ ਨਾਲ ਹੋਏ ਸਾਂ। ਇਸ ਤਰ੍ਹਾਂ ਲੜਾਈ ਦਾ ਬਹਾਨਾ ਬਣਾ ਕੇ ਤੁਰ ਪਏ। ਭੀਮ ਚੰਦ ਕੇ ਹਰਖ ਕਰਨ ਕੋ। ਰਾਜਾ ਭੀਮ ਚੰਦ ਨੂੰ ਖੁਸ਼ ਕਰਨ ਵਾਸਤੇ ਭਏ ਤਿਆਰ ਅਬ ਆਏ ਲੜਨ ਕੋ। ਸਤਿਗੁਰੂ ਜੀ ਸਾਰੇ ਰਾਜੇ ਤਿਆਰ ਹੋ ਗਏ ਨੇ। ਫਤਿਹ ਸ਼ਾਹ ਦਾ ਤਿਆਰ ਹੋਇਆ ਹੀ, ਉਹਨੇ ਤੇ ਆਪਣੇ ਕੁੜਮ ਦੀ ਗੱਲ ਮੰਨਣੀ ਪੈਣੀ ਸੀ। ਬਾਕੀ ਵੀ ਰਾਜੇ ਨਾਲ ਹਨ। ਹਰੀ ਚੰਦ ਹੈ, ਕੇਸਰੀ ਚੰਦ ਹੈ, ਗੋਪਾਲ ਚੰਦ ਗੁਲੇਰੀਆ ਹੈ, ਕਿਰਪਾਲ ਚੰਦ ਕਟੋਚੀਆ ਹੈ। ਇਹ ਸਾਰੇ ਰਾਜੇ ਗੁਰੂ ਜੀ ਤੁਹਾਡੇ ਨਾਲ ਲੜਨ ਲਈ ਆ ਰਹੇ ਨੇ। ਬਾਟ ਦੀਨ ਬਾਰੂਦ ਸੋ ਗੋਰੀ। ਤੇ ਉਹਨਾਂ ਨੇ ਮਹਾਰਾਜ ਆਪਣੀ ਫੌਜ ਨੂੰ ਅਸਲਾ ਵੰਡ ਦਿੱਤਾ ਹੈ, ਬਰੂਦ ਵੰਡ ਦਿੱਤਾ ਹੈ, ਗੋਲੀਆਂ ਵੰਡ ਦਿੱਤੀਆਂ ਨੇ, ਤੀਰ ਕਮਾਨ ਵੰਡ ਦਿੱਤੇ ਨੇ, ਚੰਗੇ ਚੰਗੇ ਸ਼ਸਤਰ ਤੇ ਘੋੜੇ ਆਪਣੀ ਫੌਜ ਨੂੰ ਵੰਡ ਦਿੱਤੇ ਨੇ। ਆਇਓ ਲਖੋ ਆਪ ਕੀ ਔਰੀ। ਹੈ ਗੁਰੂ ਜੀ ਬਸ ਸਮਝੋ ਦੁਸ਼ਮਣ ਤੁਹਾਡੇ ਤੇ ਆਉਣ ਵਾਲਾ ਹੀ ਹੈ। ਆਇਆ ਹੀ ਸਮਝੋ, ਇੱਕ ਦਿਨ ਨੂੰ ਆ ਜਾਏ, 2 ਦਿਨ ਨੂੰ ਆ ਜਾਏ, 3 ਦਿਨ ਨੂੰ ਆ ਜਾਏ, ਇੰਨਾ ਕੀ ਫਰਕ ਪੈਣਾ ਹੈ ਗੁਰੂ ਜੀ। ਅੱਜ ਜਾਂ ਕੱਲ ਦੁਸ਼ਮਣ ਆਉਣ ਵਾਲਾ ਹੈ। ਸਾਵਧਾਨ ਨਿਜ ਦਲ ਕੋ ਕਰੀਏ। ਇਹ ਗੁਰੂ ਜੀ ਆਪਣੀ ਫੌਜ ਨੂੰ ਤਿਆਰ ਕਰ ਲਓ। ਹੁਣ ਉਹ ਸਮਾਂ ਆ ਗਿਆ ਹੈ ਜਬ ਆਪ ਕੀ ਔਦ ਨਿਦਾਨ ਬਣੇ ਅਤ ਹੀ ਰਣ ਮੈਂ ਤਬ ਜੂਝ ਮਰੋ। ਹੁਣ ਜੂਝਣ ਦਾ ਸਮਾਂ ਆ ਗਿਆ ਹੈ। ਜੰਗ ਮਚਾਵਨ ਤਿਆਰ ਕਰੀਏ। ਮਹਾਰਾਜ ਹੁਣ ਜੰਗ ਦੀ ਤਿਆਰੀ ਕਰ ਲਓ। ਜਿਮ ਹਮ ਕੋ ਆਇਓ ਲਖ ਦੀਨੋ। ਇਹ ਸਤਿਗੁਰੂ ਜੀ ਜਿਵੇਂ ਅਸੀਂ ਸ੍ਰੀਨਗਰ ਤੋਂ ਆਏ ਆ ਸਮਝੋ। ਫਤਿਹ ਸ਼ਾਹ ਤੈਸੇ ਤੁਮ ਚੀਨੋ। ਬਸ ਇਵੇਂ ਹੀ ਰਾਜਾ ਫਤਿਹ ਸ਼ਾਹ ਵਾਹੁਦਾ ਹੀ ਸਾਡੇ ਪਿੱਛੇ ਆ ਰਿਹਾ ਹੈ। ਅਸੀਂ ਇੱਥੇ ਪਹੁੰਚੇ ਆ ਤੇ ਹੋ ਸਕਦਾ ਉਹ ਅੱਧ ਚ ਪਹੁੰਚ ਵੀ ਗਿਆ ਹੋਵੇ। ਗਨ ਰਾਜਨ ਕੀ ਚਮੂ ਬਟੋਰੀ। ਔਰ ਕੱਲਾ ਫਤਿਹ ਸ਼ਾਹ ਨਹੀਂ ਆ ਰਿਹਾ, 22 ਧਾਰ ਦੇ ਰਾਜਿਆਂ ਦੀ ਸਾਰੀ ਫੌਜ ਇਕੱਠੀ ਕਰਕੇ ਲਿਆ ਰਹੇ ਨੇ ਰਾਜੇ। ਕਰਿਓ ਪੂਛ ਆਵਤ ਇਤ ਹੋਰੀ। ਰਾਜਾ ਭੀਮ ਚੰਦ ਨੂੰ ਤੁਹਾਡੇ ਨਾਲ ਬੜਾ ਗੁੱਸਾ ਹੈ ਗੁਰੂ ਜੀ, ਬਹੁਤ ਜ਼ਿਆਦਾ ਸੜਿਆ ਬਲਿਆ ਫਿਰਦਾ। ਉਹ ਕਹਿੰਦਾ ਮੈਂ ਗੁਰੂ ਦਾ ਪੌਂਟਾ ਉਜਾੜ ਦੇਣਾ, ਗੁਰੂ ਨੂੰ ਪੌਂਟੇ ਤੋਂ ਕੱਢ ਦੇਣਾ, ਮੈਂ ਗੁਰੂ ਦਾ ਡੇਰਾ ਲੁੱਟ ਲੈਣਾ। ਗੁਰੂ ਨੇ ਮੇਰੀ ਬੇਇੱਜ਼ਤੀ ਕੀਤੀ ਹੈ, ਮੇਰਾ ਰਾਹ ਰੋਕਿਆ, ਮੇਰੀਆਂ ਫੌਜਾਂ ਦਾ, ਮੇਰੀ ਬਰਾਤ ਦਾ ਰਸਤਾ ਰੋਕਿਆ, ਮੈਂ ਬਦਲਾ ਲੈਣਾ ਹੈ। ਕਲਗੀਧਰ ਸੁਨ ਕਰ ਤਿਸ ਕਾਲਾ। ਸਾਧ ਸੰਗਤ ਜੀ ਜਦੋਂ ਆਹ ਗੱਲ 21 ਸਾਲ ਦੇ ਗੱਭਰੂ ਨੌਜਵਾਨ ਸ੍ਰੀ ਕਲਗੀਧਰ ਪਾਤਸ਼ਾਹ ਨੂੰ ਦੀਵਾਨ ਆਨੰਦ ਚੰਦ ਨੇ ਕਹੀ ਨਾ, ਤੇ ਉਸ ਵੇਲੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਫੜਕ ਉੱਠੀ ਜੁਗ ਭੁਜਾ ਵਿਸਾਲਾ। ਇਸ ਤਰ੍ਹਾਂ ਸੱਚੇ ਪਾਤਸ਼ਾਹ ਦੇ ਦੋਵੇਂ ਡੋਲੇ ਫਰਕਣ ਲੱਗ ਪਏ, ਦੋਵੇਂ ਬਾਹਾਂ ਫਰਕੀਆਂ 10ਵੇਂ ਪਾਤਸ਼ਾਹ ਦੀਆਂ। ਗਰਜਤ ਸਭਾ ਵਿਖੈ ਪਚ ਭਾਖਾ। ਤੇ ਗਰਜ ਕੇ ਕਲਗੀਆਂ ਵਾਲੇ ਪਾਤਸ਼ਾਹ ਸਭਾ ਦੇ ਵਿੱਚ ਦੀਵਾਨ ਦੇ ਵਿੱਚ ਬੋਲੇ, ਸ੍ਰੀ ਅਸ ਤੁਜ ਪਰ ਵਹਿ ਹਮ ਕਾਖਾ। ਮਹਾਰਾਜ ਕਹਿੰਦੇ ਅਕਾਲ ਪੁਰਖ ਪਰਮੇਸ਼ਰ ਸ੍ਰੀ ਅਸ ਤੁਜ ਜੀ, ਜਿਹਦੇ ਝੰਡੇ ਤੇ ਖੰਡਾ ਹੋਵੇ ਉਹਨੂੰ ਅਸ ਤੁਜ ਕਹਿੰਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਸ ਨਾਮ ਸਾਧ ਸੰਗਤ ਜੀ ਸ਼ਸਤਰ ਦਾ ਹੈ। ਅਸ ਨਾਮ ਕੱਟਣ ਵਾਲੀ ਚੀਜ਼ ਦਾ ਹੈ। ਸੰਸਕ੍ਰਿਤ ਵਿੱਚ ਅਸ ਦੇ ਅਰਥ ਹੁੰਦੇ ਨੇ ਜੋ ਕੱਟ ਕੇ 2 ਟੋਟੇ ਕਰ ਦਿੰਦਾ, ਉਹ ਖੰਡਾ ਹੀ ਹੈ, 2 ਧਾਰਾ। ਤੇ ਤੁਜ ਕਹਿੰਦੇ ਨੇ ਤੁਜਾ ਝੰਡੇ ਨੂੰ।
ਜਿਹੜੇ ਝੰਡੇ ਦੇ ਖੰਡਾ ਉਹਨੂੰ ਕਹਿੰਦੇ ਸ੍ਰੀ ਅਸਤੁਜ ਭਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲ। ਮਹਾਰਾਜ ਕਹਿੰਦੇ ਸ੍ਰੀ ਅਸਤੁਜ ਪੁਰ ਮੈਂ ਮਮ ਕਾਖਾ, ਮੇਰੀ ਇੱਛਾ ਮੇਰੀ ਕਾਮਨਾ ਉਹ ਅਕਾਲ ਪੁਰਖ ਪੂਰੀਆਂ ਕਰ ਰਿਹਾ ਹੈ। ਮੇਰੀ ਇੱਕੋ ਹੀ ਕਾਮਨਾ ਹੈ, ਅਵਰ ਬਾਸ਼ਨਾ ਨਾਏ ਪ੍ਰਭ धर्म युद्ध के चाहे, छत्री को पूत हो ब्राह्मण को न, कहता पावत है जो करो, और जंजार जितो गए को तो त्याग कहाँ चिंता में तरो। अब रीज कहते हो वह हमको जब हो बिनती कर जोर करो, जब आपकी ओद निदान बने अत ही रण में तब जूझ मरो। हे रब हे सस हे करुणा निध, मेरी अब बिनती सुन लीजै। और न मांगत हो तुम ते कछ होर नहीं कुछ मंगदा, चाहत हो चित में सोई कीजै। शस्त्रन स्यों अत ही रण भीतर, जूझ मरो कै साज पतीजै। संत सहाय सदा जग माए, कृपा कर श्याम यह वर दीजै। सच्चे पातशाह महाराज गरज के बोले, जब पहुंचे रण खेत पहाड़ी। महाराज कहते जदों पहाड़ीए मैदान जंग विच मेरे सामने आउणगे, इम कर हो शस्त्रन गन मारी। महाराज कहते ਇਹੋ ਜਿਹੇ ਤੀਰ ਛੱਡਾਂਗਾ, ਇਹੋ ਜਿਹੀਆਂ ਤੇਗਾ ਵਾਵਾਂਗਾ। ਸ਼੍ਰੋਣ ਤਪਾਨ ਕਰੈ ਬਹੁ ਧਰਣੀ। ਮਹਾਰਾਜ ਕਹਿੰਦੇ ਧਰਤੀ ਮਾਤਾ ਲਹੂ ਨਾਲ ਭਿੱਜ ਜਾਏਗੀ, ਰੱਜ ਜਾਏਗੀ, ਧਰਤੀ ਉਹਨਾਂ ਦਾ ਖੂਨ ਪੀਵੇਗੀ। ਹੋਇਆ ਗਿਆ ਹੈ ਤਹਿ ਲੋਹਿਤ ਬਰਣੀ। ਜਿਹੜੀ ਥਾਂ ਤੇ ਜੰਗ ਹੋਏਗਾ ਮਹਾਰਾਜ ਕਹਿੰਦੇ ਧਰਤੀ ਲਾਲ ਕਰ ਦਿਆਂਗਾ, ਧਰਤੀ ਲਾਲੋ ਲਾਲ ਹੋ ਜਾਏਗੀ। ਉਹਨਾਂ ਪਾਪੀਆਂ ਪਹਾੜੀਆਂ ਦੇ ਲਹੂ ਦੇ ਨਾਲ ਲਾਲ ਕਰ ਦੇਂਗੇ ਧਰਤੀ ਨੂੰ। ਰੁੰਡ ਮੁੰਡ ਗਨ ਕਹਿ ਕਰ ਦੋ ਹੈ। ਮਹਾਰਾਜ ਕਹਿੰਦੇ ਰੁੰਡ ਮੁੰਡ ਖਲਾਰ ਦੇਾਂਗੇ, ਥਾਂ ਥਾਂ ਦੇ ਲਾਸ਼ਾਂ ਰੁਲਣਗੀਆਂ ਪਹਾੜੀਆਂ ਦੀਆਂ। ਹਾਥ ਪਾਏ ਕਾਟਤ ਬਿਥਰੋ ਹੈ। ਕਿਤੇ ਉਹਨਾਂ ਦੇ ਹੱਥ ਪੈ ਵੱਡੇ ਹੋਣਗੇ, ਕਿਤੇ ਲੱਤਾਂ ਬਾਹਾਂ, ਕਿਤੇ ਸਿਰ ਰੁਲਦੇ ਹੋਣਗੇ। ਬਹੁ ਦਿਨ ਕੋ ਮਮ ਕੋਪ ਵਿਸਾਲਾ। ਮਹਾਰਾਜ ਕਹਿੰਦੇ ਬੜੇ ਦਿਨਾਂ ਦਾ ਗੁੱਸਾ ਇਹਨਾਂ ਦੇ ਉੱਤੇ ਸਾਨੂੰ। ਫਤਿਹ ਸ਼ਾਹ ਪਰ ਤਜੋ ਕਰਾਲਾ। ਤੇ ਫਤਿਹ ਸ਼ਾਹ ਜੇ ਸਾਡੇ ਸਾਹਮਣੇ ਆ ਗਿਆ ਤੇ ਉਹਦੇ ਤੇ ਵੀ ਫਿਰ ਗੁੱਸਾ ਨਿਕਲ ਜਾਏਗਾ। ਭੀਮ ਚੰਦ ਕੋ ਜੇ ਇੱਕ ਵਾਰੀ। ਮਹਾਰਾਜ ਕਹਿੰਦੇ ਜੇ ਕਿਤੇ ਭੀਮ ਚੰਦ ਸਾਡੇ ਸਾਹਮਣੇ ਆ ਗਿਆ ਇੱਕ ਵਾਰੀ, ਕਰੋ ਬਿਲੋਕਨ ਜੰਗ ਮਜਾਰੀ। ਉਹਨੂੰ ਵੇਖਾਂਗੇ ਜੰਗ ਦੇ ਮੈਦਾਨ ਵਿੱਚ ਕਿੱਡਾ ਕੁ ਸੂਰਮਾ ਹੈ। ਐਸੇ ਤਜੋ ਬਾਣ ਕਰਾਰੇ। ਮਹਾਰਾਜ ਕਹਿੰਦੇ ਇਹੋ ਜਿਹੇ ਤਿੱਖੇ ਤੀਰ ਛੱਡਾਂਗੇ ਵੇਦ ਸ਼ਰੀਰਨ ਪਰ ਹੈ ਪਾਰੇ। ਜਿਹੜੇ ਸੁੱਕੇ ਦੁਸ਼ਮਣ ਦੇ ਸਰੀਰ ਚੋਂ ਪਾਲ ਲੰਘ ਜਾਣਗੇ। ਤੇਰੇ ਅਗਾਰੀ ਦਾ ਹੈ ਪ੍ਰਾਨ। ਮਹਾਰਾਜ ਕਹਿੰਦੇ ਜਿਹੜਾ ਸਾਡੇ ਤੀਰਾਂ ਦੇ ਸਾਹਮਣੇ ਆ ਗਿਆ ਉਹ ਆਪਣੀ ਜਾਨ ਤੋਂ ਹੱਥ ਧੋ ਜਾਏਗਾ। ਨਤ ਭਜ ਹੈ ਰਨ ਤਿਆਗ ਮਹਾਨ। ਨਹੀਂ ਤਾਂ ਜਿਹੜੇ ਆਪਣੇ ਆਪ ਨੂੰ ਬੜੇ ਸੂਰਮੇ ਸਮਝਦੇ ਨੇ ਮੈਦਾਨੇ ਜੰਗ ਜੋ ਭੱਜਦੇ ਹੀ ਨਜ਼ਰ ਆਉਣਗੇ। ਇਮ ਕਹਿ ਕਰ ਗੁਰ ਸਭਾ ਮਜਾਰਾ। ਬੜੀ ਦਲੇਰੀ ਨਾਲ ਬੜੇ ਹੌਸਲੇ ਨਾਲ ਕਲਗੀਧਰ ਪਾਤਸ਼ਾਹ ਨੇ ਬਚਨ ਕਹੇ। ਸੰਗ ਮਸੰਦਨ ਹੁਕਮ ਉਚਾਰਾ। ਆਪਣੇ ਸੰਦਾਂ ਨੂੰ ਗੁਰੂ ਘਰ ਦੇ ਮੁਖੀਆਂ ਨੂੰ ਹੁਕਮ ਦਿੱਤਾ। ਤਿਆਰੀ ਅਦਕ ਜੰਗ ਕੀ ਧਰੀਏ ਹੈ। ਮਹਾਰਾਜ ਕਹਿੰਦੇ ਫਟਾਫਟ ਜੰਗ ਦੀਆਂ ਤਿਆਰੀਆਂ ਕਰ ਦਿਓ, ਜੰਗੀ ਪੱਧਰ ਦੇ ਜੰਗ ਦੀਆਂ ਤਿਆਰੀਆਂ ਕਰ ਦਿਓ। ਗੁਰ ਕਾ ਬ੍ਰਿੰਦ ਬਰੂਦ ਹੈ ਕਰੀਏ ਹੈ। ਮਹਾਰਾਜ ਕਹਿੰਦੇ ਕਾਰੀਗਰਾਂ ਨੂੰ ਕਹੋ ਵੱਧ ਤੋਂ ਵੱਧ ਗੋਲੀਆਂ ਬੰਦੂਕਾਂ ਦੇ ਵਾਸਤੇ ਰਾਤੋਂ ਰਾਤ ਬਰੂਦ ਇਕੱਠਾ ਕਰਕੇ ਤਿਆਰ ਕਰੋ। ਤੀਰ ਫੰਗਨ ਤੋਮਰ ਭਾਲੇ। ਤੀਰ ਕਮਾਨ ਤਿਆਰ ਕਰੋ, ਬੰਦੂਕਾਂ ਤਿਆਰ ਕਰੋ, ਤੋਮਰ ਵੱਡੇ ਬਰਛੇ ਭਾਲੇ ਤਿਆਰ ਕਰੋ। ਮੁਖ ਬਾਣ ਦੀ ਜਹ ਭਟ ਜਾਲੇ। ਔਰ ਸਾਰੇ ਯੋਧਿਆਂ ਨੂੰ ਚੰਗੇ ਚੰਗੇ ਤੀਰ ਕਮਾਨ ਦਿਓ ਤੇ ਤੀਰਾਂ ਦੇ ਪੱਥੇ ਭਰ ਕੇ ਵੰਡੋ। ਇਮ ਬੋਲਤ ਬਹੁ ਉਦਿਓ ਪ੍ਰਤਾਪਾ। ਜਦੋਂ ਇਸ ਤਰ੍ਹਾਂ ਕਲਗੀਧਰ ਪਾਤਸ਼ਾਹ ਗਰਜ ਕੇ ਬੋਲ ਰਹੇ ਸਨ ਤੇ ਚਿਹਰਾ ਲਾਲੋ ਲਾਲ ਹੋ ਰਿਹਾ ਸੀ, ਉਸ ਵੇਲੇ ਭਾਈ ਸਾਹਿਬ ਕਹਿੰਦੇ ਬਹੁ ਉਦਿਓ ਪ੍ਰਤਾਪਾ। ਉਸ ਵੇਲੇ ਪਾਤਸ਼ਾਹ ਦਾ ਪ੍ਰਤਾਪ ਏਦਾਂ ਸੀ ਜਿਵੇਂ ਚੜ੍ਹਦਾ ਸੂਰਜ ਹੁੰਦਾ ਹੈ, ਜਿਸ ਤੇ ਸ਼ਤਰ ਬ੍ਰਿੰਦ ਹੋਏ ਖਾਪਾ। ਜਿਹਦੇ ਨਾਲ ਬੇਅੰਤ ਸ਼ਤਰੂਆਂ ਦਾ ਨਾਸ ਹੋਣਾ। ਜਿਹੜੇ ਕੰਮ ਲਈ ਅਵਤਾਰ ਧਾਰਿਆ, ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਯਾਹੀ ਕਾਜ ਧਰਾ ਹਮ ਜਨਮਨ, ਸਭ ਜਲਿਓ ਸਾਧੂ ਸਭ ਮਨਮਨ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਮੁਖ ਗੁਰ ਕੋ ਇਨ ਦੀਖ ਨ ਲਾਗਾ। ਮਹਾਰਾਜ ਕਲਗੀਧਰ ਪਾਤਸ਼ਾਹ ਦਾ ਚਿਹਰਾ ਇਉਂ ਦਿਸਣ ਲੱਗਾ ਮਨੋ ਵੀਰ ਰਸ ਸੁਪਤਿਓ ਜਾਗਾ। ਮਾਨੋ ਸੁੱਤਾ ਹੋਇਆ ਵੀਰ ਰਸ ਅੱਜ ਜਾਗ ਪਿਆ ਹੈ।
ਸਦੀਆਂ ਤੋਂ ਵੀਰ ਦਾ ਸੁੱਤਾ ਪਿਆ ਸੀ। ਸਾਧ ਸੰਗਤ ਜੀ, ਉਹ ਮਹਿਮੂਦ ਗਜ਼ਨਵੀ ਤੋਂ ਲੈ ਕੇ ਉਹ ਮੁਹੰਮਦ ਬਿਨ ਕਾਸਿਮ ਤੋਂ ਲੈ ਕੇ ਅੱਜ ਤੱਕ ਕੋਈ ਇਹੋ ਜਿਹਾ ਮਾਈ ਦਾ ਲਾਲ ਨਹੀਂ ਸੀ ਜੰਮਿਆ ਜਿਹੜਾ ਅਰਬ ਤੋਂ ਆਉਣ ਵਾਲਿਆਂ ਨੂੰ, ਈਰਾਨ ਤੋਂ ਆਉਣ ਵਾਲਿਆਂ ਨੂੰ, ਅਫਗਾਨਿਸਤਾਨ ਤੋਂ ਆਉਣ ਵਾਲਿਆਂ ਨੂੰ, ਉਹਨਾਂ ਮੁਗਲਾਂ ਨੂੰ, ਉਹਨਾਂ ਜ਼ਾਲਮਾਂ ਨੂੰ ਚੈਲੰਜ ਕਰ ਸਕਦਾ। ਉਹ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਆ ਪਹਿਲੀ ਗਰਜ ਮਾਰੀ 10ਵੇਂ ਪਾਤਸ਼ਾਹ ਨੇ, ਕਹਿੰਦੇ ਤਗੜੇ ਹੋ ਜਾਓ, ਇਹਨਾਂ ਜ਼ਾਲਮ ਸਰਕਾਰਾਂ ਨੂੰ ਭਜੜਾ ਪਾ ਦਿਆਂਗੇ। ਦਇਆ ਰਾਮ ਪ੍ਰੋਹਤ ਇਨ ਬੋਲਾ, ਉਸ ਵੇਲੇ ਪੰਡਤ ਦਇਆ ਰਾਮ ਜੀ ਬੋਲੇ, ਸੁਨੋ ਪ੍ਰਭੂ ਭਾਰਾਜ ਨ ਟੋਲੇ। ਹੇ ਸੱਚੇ ਪਾਤਸ਼ਾਹ ਮਹਾਰਾਜ ਕਲਗੀਧਰ ਪਾਤਸ਼ਾਹ, ਰਾਜਿਆਂ ਦਾ ਟੋਲਾ, ਦੀਰਘ ਭੀਮ ਚੰਦ ਕਹਿ ਲੋਰੀ। ਉਹਨਾਂ ਵਿੱਚੋਂ ਸਭ ਤੋਂ ਮੋਹਰੇ ਹੈ ਰਾਜਾ ਭੀਮ ਚੰਦ, ਜਿਹਨੂੰ ਆਪ ਜੀ ਨਾਲ ਬੜਾ ਭਾਰੀ ਵੈਰ ਹੈ। ਜਿਸ ਤਿਗ ਭਈ ਵਾਹਨੀ ਭੂਰੀ। ਔਰ ਰਾਜੇ ਭੀਮ ਚੰਦ ਕੋਲ ਬੜੀਆਂ ਭਾਰੀ ਫੌਜਾਂ ਹਨ, ਬੜੇ ਵੱਡੇ ਉਹਦੇ ਕੋਲ ਸ਼ਸਤਰ ਹਨ, ਜੰਗੀ ਸਾਜੋ ਸਮਾਨ ਹੈ, ਤਾਕਤ ਹੈ ਉਹਦੇ ਕੋਲ। ਇਸ ਕਰਕੇ ਹੰਕਾਰ ਵਿੱਚ ਆਥਰਿਆ ਹੋਇਆ ਆ ਰਿਹਾ ਹੈ। ਸਭ ਗ੍ਰਾਮਨ ਕੀ ਛੇਰ ਫਕਾਰੀ। ਜਿੰਨੀ ਉਹਦੇ ਕੋਲ ਪਹਿਲਾਂ ਫੌਜ ਸੀ ਉਹ ਤਾਂ ਉਹਦੇ ਕੋਲ ਹੈ ਹੀ ਸੀ, ਉਹਨੇ ਪਿੰਡਾਂ ਵਿੱਚੋਂ ਹੋਰ ਛੇੜ ਇਕੱਠੀ ਕਰ ਲਈ ਹੈ। ਪਿੰਡਾਂ ਦੀ ਛੇੜ ਦਾ ਮਤਲਬ ਹੁੰਦਾ ਵੀ ਆਪਣੇ ਇਲਾਕੇ ਦੇ ਲੋਕਾਂ ਨੂੰ ਕਹਿਣਾ ਵੀ ਜਿਹੜਾ ਵੀ ਦੌੜ ਸਕਦਾ, ਲੜ ਸਕਦਾ, ਡਾਂਗ ਚੁੱਕ ਸਕਦਾ, ਆ ਜਾਓ ਬਈ, ਸਰਕਾਰ ਨੂੰ, ਦੇਸ਼ ਨੂੰ ਲੋੜ ਪੈ ਗਈ ਹੈ। ਉਹਨੇ ਮਹਾਰਾਜ ਇੱਕ ਤਰ੍ਹਾਂ ਦਾ ਜਹਾਜ਼ ਖੜਾ ਕਰ ਲਿਆ, ਪਹਾੜਾਂ ਵਿੱਚੋਂ ਹਜ਼ਾਰਾਂ ਬੰਦੇ ਹੋਰ ਬੁਲਾ ਲਏ ਨੇ। ਸੁਨ ਪਹੁੰਚੀ ਗਨ ਸ਼ਸਤਰਨ ਧਾਰੀ। ਮਹਾਰਾਜ ਪਹਾੜੀਆਂ ਦੀ ਬਹੁਤ ਵੱਡੀ ਫੌਜ ਇਕੱਠੀ ਹੋ ਗਈ ਹੈ, ਸ਼ਸਤਰਧਾਰੀ ਹਨ। ਪੁੰਨ ਕਟੋਚੀਆ ਨਾਮ ਕਿਰਪਾਲ। ਫਿਰ ਮਹਾਰਾਜ ਕਟੋਚ ਦਾ ਰਾਜਾ ਕਿਰਪਾਲ ਚੰਦ ਵੀ ਉਹਦੇ ਨਾਲ ਹੈ। ਅਰ ਗਲੇਰੀਆ ਸਦਰ ਗੋਪਾਲੰ। ਔਰ ਰਾਜਾ ਗੁਲੇਰ ਦਾ ਗੋਪਾਲ ਚੰਦ ਗੁਲੇਰੀਆ ਦਲ ਸਮੇਤ ਆ ਰਿਹਾ ਨਾਲ। ਇਨ ਦੋਹਨ ਬਹੁ ਵੀਰ ਸਕੇਲੇ। ਕਿਰਪਾਲ ਚੰਦ ਕਟੋਚੀਏ ਤੇ ਗੋਪਾਲ ਚੰਦ ਗੁਲੇਰੀਏ ਨੇ ਬੜੀ ਫੌਜ ਇਕੱਠੀ ਕਰ ਲਈ ਹੈ। ਆਏ ਮਿਲੇ ਗਨ ਆਯੁਧ ਲੈ ਲੈ। ਔਰ ਸਾਰੇ ਆਪਣੇ ਆਪਣੇ ਸ਼ਸਤਰ ਲੈ ਕੇ ਮਹਾਰਾਜ ਜੀ ਆ ਰਹੇ ਨੇ। ਨਿਪ ਹੰਡੂਰੀਆ ਅਰ ਜਸਵਾਲ। ਔਰ ਰਾਜਾ ਹੰਡੂਰੀਆ ਤੇ ਜਸਵਾਲੀਆ ਕੇਸਰੀ ਚੰਦ, ਇਨਕੇ ਸੰਗ ਸੁਪਟ ਹੈ ਜਾ। ਇਹਨਾਂ ਨਾਲ ਵੀ ਬੜੀ ਭਾਰੀ ਫੌਜ ਹੈ। ਸਭ ਰਾਵਰ ਸੋ ਚਹਿ ਲੜਾਈ। ਹਰੀ ਚੰਦ ਹੰਡੂਰੀਆ ਤੇ ਕੇਸਰੀ ਚੰਦ ਜਸਵਾਲੀਆ, ਇਹ ਸਭ ਤੁਹਾਡੇ ਨਾਲ ਲੜਨਾ ਚਾਹੁੰਦੇ ਨੇ ਗੁਰੂ ਜੀ। ਫਤਿਹ ਸ਼ਾਹ ਕੋ ਕਰ ਅਗਵਾ। ਔਰ ਰਾਜੇ ਫਤਿਹ ਸ਼ਾਹ ਨੂੰ ਅੱਗੇ ਲਾ ਲਿਆ। ਬਹਾਨਾ ਫਤਿਹ ਸ਼ਾਹ ਦਾ ਹੈ ਵੀ ਫਤਿਹ ਸ਼ਾਹ ਲੜਨ ਆ ਰਿਹਾ, ਪਰ ਸਾਰੀ ਸਕੀਮ ਜਿਹੜੀ ਹੈ ਉਹ ਰਾਜੇ ਭੀਮ ਚੰਦ ਦੀ ਹੈ। ਨਗਰ ਪਾਵਟੇ ਕੋ ਚੜ ਆਵੈ। ਤੇ ਮਹਾਰਾਜ ਸਾਰੀਆਂ ਫੌਜਾਂ ਭੀਮ ਚੰਦ ਦੀਆਂ, ਫਤਿਹ ਸ਼ਾਹ ਦੀਆਂ, ਕੇਸਰੀ ਚੰਦ ਦੀਆਂ, ਹਰੀ ਚੰਦ ਦੀਆਂ, ਗੋਪਾਲ ਚੰਦ ਦੀਆਂ, ਕਿਰਪਾਲ ਚੰਦ ਦੀਆਂ, ਇਹ ਸਾਰੀਆਂ ਫੌਜਾਂ ਪੌਂਟੇ ਸਾਹਿਬ ਵੱਲ ਆ ਰਹੀਆਂ ਨੇ। ਇਹ ਆਛੀ ਮੁਝ ਬਾਤ ਨਾ ਭਾਵੈ। ਮਹਾਰਾਜ ਮੈਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਵੀ ਇਹ ਪੌਂਟਾ ਸਾਹਿਬ ਪਹੁੰਚ ਜਾਣ। ਅਮਰੇ ਨਿਕਟ ਪਰੇ ਨਹਿ ਖੇਤ। ਪੰਡਤ ਦਇਆ ਰਾਮ ਜੀ ਜੰਗ ਦੇ ਬਹੁਤ ਮਾਰ ਸਨ। 10ਵੇਂ ਪਾਤਸ਼ਾਹ ਨੇ ਬਚਿੱਤਰ ਨਾਟਕ ਵਿੱਚ ਲਿਖਿਆ ਕਿ ਉਹ ਦ੍ਰੋਣ ਕੀ ਜਿਉ ਮਹਾਯੁੱਧ ਸੁਦਨ। ਸ੍ਰੀ ਮੁੱਖ ਵਾਕ ਪਾਤਸ਼ਾਹੀ 10ਵੀਂ। ਮਹਾਰਾਜ ਕਹਿੰਦੇ ਦਇਆ ਰਾਮ ਜਿਹੜਾ ਸੀ ਨਾ, ਉਹ ਸਾਡਾ ਦ੍ਰੋਣਾਚਾਰਿਆ ਸੀ। ਜਿਵੇਂ ਉਸ ਵੇਲੇ ਮਹਾਭਾਰਤ ਦੇ ਯੁੱਧ ਵਿੱਚ ਦ੍ਰੋਣਾਚਾਰਿਆ ਨੇ ਯੁੱਧ ਦੀ ਕਮਾਨ ਸੰਭਾਲੀ ਸੀ, ਕਹਿੰਦੇ ਸਾਡੀ ਕਮਾਨ ਸੰਭਾਲਣ ਵਾਸਤੇ ਦ੍ਰੋਣਾਚਾਰਿਆ ਸਾਡਾ ਬਣ ਗਿਆ ਦਇਆ ਰਾਮ। ਦਇਆ ਰਾਮ ਕਹਿੰਦਾ ਮਹਾਰਾਜ ਮੇਰੀ ਨੀਤੀ ਇਹ ਕਹਿੰਦੀ ਹੈ, ਜੰਗ ਦੀ ਨੀਤੀ ਇਹ ਕਹਿੰਦੀ ਹੈ ਵੀ ਲੜਾਈ ਹਮੇਸ਼ਾ ਆਪਣੇ ਘਰ ਤੋਂ ਦੂਰ ਲੜਨੀ ਚਾਹੀਦੀ ਹੈ, ਦੁਸ਼ਮਣ ਨੂੰ ਘਰ ਦੇ ਨੇੜੇ ਨਹੀਂ ਆਉਣ ਦੇਣਾ ਚਾਹੀਦਾ। ਪੌਂਟੇ ਸਾਹਿਬ ਵਿੱਚ ਆਪਾਂ ਲੜਾਂਗੇ ਤੇ ਮਹਾਰਾਜ ਦੁਸ਼ਮਣ ਬਿਲਕੁਲ ਸਿਰ ਤੇ ਆ ਕੇ ਬਹਿ ਜਾਏਗਾ, ਇਸ ਕਰਕੇ ਦੁਸ਼ਮਣ ਨੂੰ ਦੂਰ ਹੀ ਜਾ ਕੇ ਟੱਕਰ ਦੇਣੀ ਚਾਹੀਦੀ ਹੈ। ਆਪ ਚਲੋ ਆਗੇ ਇਸ ਹੇਤ। ਇਸ ਕਰਕੇ ਗੁਰੂ ਜੀ ਮੇਰੀ ਬੇਨਤੀ ਹੈ, ਜੰਗ ਦੀ ਨੀਤੀ ਦੇ ਮੁਤਾਬਕ ਆਪ ਜੀ ਇੱਥੋਂ ਕੁਝ 10-20 ਮੀਲ ਬਾਹਰ ਨਿਕਲੋ, ਦੁਸ਼ਮਣ ਜਿਹੜੇ ਪਾਸਿਓਂ ਆ ਰਿਹਾ ਹੈ ਉੱਥੋਂ ਹੀ ਮਾਰ ਕੇ ਭਜਾ ਦਿਓ, ਦੁਸ਼ਮਣ ਨੂੰ ਆਪਣੇ ਘਰ ਦੇ ਦਰਸ਼ਨ ਨਾ ਕਰਾਓ। ਸੁਨ ਕਰ ਸਤਿਗੁਰ ਪਿਪਰ ਸਰਾਹਾ। ਕਲਗੀਧਰ ਪਾਤਸ਼ਾਹ ਪੰਡਤ ਦਇਆ ਰਾਮ ਜੀ ਦੀ ਗੱਲ ਸੁਣ ਕੇ ਬੜੇ ਖੁਸ਼ ਹੋਏ ਤੇ ਕਹਿਣ ਲੱਗੇ ਧੰਨੋ ਪੰਡਤ ਜੀ, ਸੋ ਮਤਵੰਤ ਗਨ ਸੁਪਨ ਮਾਹਾ। ਤੁਸੀਂ ਸਾਡੇ ਜਰਨੈਲਾਂ ਵਿੱਚੋਂ ਸਭ ਤੋਂ ਸਿਆਣੇ ਔਰ ਤਜਰਬੇਕਾਰ ਹੋ, ਕਿਉਂਕਿ ਇਹਦਾ ਪਿਓ ਜਾਤੀ ਮਲਕ 6ਵੇਂ ਪਾਤਸ਼ਾਹ ਦੀ ਫੌਜ ਦਾ ਜਰਨੈਲ,
ਉਹਦਾ ਵੱਡਾ ਉਹ ਵੀ 6ਵੇਂ ਪਾਤਸ਼ਾਹ ਦੀ ਫੌਜ ਦਾ ਜਰਨੈਲ ਸੰਘਾ ਪਰੋਤ। ਸੋ ਤੁਸੀਂ ਖਾਨਦਾਨੀ ਸੂਰਮੇ ਹੋ, ਇਸ ਕਰਕੇ ਤੁਸੀਂ ਸਾਡੀ ਫੌਜ ਸਾਰਿਆਂ ਤੋਂ ਸਿਆਣੇ ਹੋ। ਨਿਪੁੰਨ ਬੁੱਧ ਸੰਗਰਾਮ ਕਰਨ ਕੀ, ਤੁਹਾਨੂੰ ਜੰਗ ਯੁੱਧ ਕਰਨ ਦੀ ਨੀਤੀ ਆਉਂਦੀ ਹੈ। ਯਥਾ ਰੀਤ ਛਤਰੀ ਸੋ ਪਰਨ ਕੀ, ਜੋ ਛਤਰੀ ਵਰਨ ਦੀ ਮਰਿਆਦਾ ਹੈ ਉਹ ਵੀ ਜਾਣਦੇ ਹੋ ਤੇ ਬ੍ਰਾਹਮਣਾਂ ਦੀ ਮਰਿਆਦਾ ਵੀ ਜਾਣਦੇ ਹੋ। ਜਿਮ ਭਾਰਤ ਨਹਿ ਦ੍ਰੋਣ ਪ੍ਰਵੀਨ। ਮਹਾਰਾਜ ਕਹਿੰਦੇ ਜਿਵੇਂ ਭਾਰਤ ਦੇ ਵਿੱਚ ਮਹਾਭਾਰਤ ਦੇ ਵਿੱਚ ਦ੍ਰੋਣਾਚਾਰਿਆ ਸਿਆਣਾ ਸੀ, ਦ੍ਰੋਣਾਚਾਰਿਆ ਇਤਨਾ ਸ਼ਸਤਰ ਵਿਦਿਆ ਦਾ ਮਾਹਰ ਸੀ, ਉਸਨੇ ਪਾਂਡਵਾਂ ਨੂੰ ਵੀ ਵਿਦਿਆ ਦਿੱਤੀ, ਉਹਨੇ ਕੌਰਵਾਂ ਨੂੰ ਵੀ ਵਿਦਿਆ ਦਿੱਤੀ। ਮਜਬੂਰੀ ਸੀ ਉਹਦੀ ਕਿ ਉਹ ਰਾਜ ਧਰਮ ਦੇ ਨਾਲ ਜੁੜਿਆ ਹੋਇਆ, ਉਹ ਕੌਰਵਾਂ ਵੱਲੋਂ ਲੜਿਆ ਸੀਗਾ। ਪਰ ਮਹਾਰਾਜ ਸੱਚੇ ਪਾਤਸ਼ਾਹ ਦਾ ਦ੍ਰੋਣਾਚਾਰਿਆ ਧਰਮ ਵੱਲੋਂ ਲੜਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਜਿਵੇਂ ਮਹਾਭਾਰਤ ਦੇ ਵਿੱਚ ਦ੍ਰੋਣਾਚਾਰਿਆ ਸੀ, ਫਤਿਹ ਅਨੇਕ ਸਤਰ ਜਸ ਦੀਨਾ, ਵੈਰੀਆਂ ਨੂੰ ਮਾਰ ਕੇ ਬੜਾ ਜਸ ਖੱਟਿਆ ਸੀ। ਤਥਾ ਗਿਰੰਦਰਨ ਕੇਰਨ ਲਰਪੋ, ਆਪ ਪਹਾੜੀ ਰਾਜਿਆਂ ਨਾਲ ਯੁੱਧ ਕਰਨ ਲਈ। ਬੁੱਧ ਬਲ ਸਾਧ ਕਰੋ ਰਿਪ ਹਰਬੇ। ਪੰਡਤ ਜੀ ਤੁਸੀਂ ਸਾਡੇ ਜਰਨੈਲ ਹੋ ਤੇ ਤੁਸੀਂ ਬੁੱਧੀ ਬਲ ਦੇ ਨਾਲ ਇਹਨਾਂ ਪਹਾੜੀਆਂ ਨਾਲ ਵੈਰੀਆਂ ਦੋ ਹੱਥ ਕਰਨੇ ਐ। ਨਗਰ ਪਾਵਟੇ ਨਿਕਟ ਨਾ ਲੜੈ। ਇਹ ਗੱਲ ਠੀਕ ਹੈ ਕਿ ਅਸੀਂ ਪੌਂਟੇ ਸਾਹਿਬ ਤੋਂ ਦੂਰ ਜਾ ਕੇ ਲੜੀਏ, ਪੌਂਟੇ ਦੇ ਨੇੜੇ ਜੰਗ ਨਾ ਕਰੀਏ। ਕਹਾਂ ਤਰਾ ਸ਼ਤਰਨ ਤੇ ਧਰੈ। ਅਸੀਂ ਦੁਸ਼ਮਣ ਤੋਂ ਕੀ ਡਰਦੇ ਹਾਂ, ਦੁਸ਼ਮਣ ਦਾ ਸਾਨੂੰ ਕੀ ਖਤਰਾ ਹੈ। ਗਾਢੇ ਗੇਰਨ ਖੰਭ ਅਗਾਰੀ। ਮਹਾਰਾਜ ਕਹਿੰਦੇ ਅਸੀਂ ਜਿੱਧਰੋਂ ਦੁਸ਼ਮਣ ਆ ਰਿਹਾ ਨਾ ਉਧਰ ਰਣ ਖੰਭਾ ਕੱਢਾਂਗੇ। ਰਣ ਖੰਭਾ ਹੁੰਦਾ ਵੀ ਉਹ ਇੱਕ ਏਰੀਆ ਮਿਥ ਲਿਆ ਜਾਂਦਾ ਵੀ ਇੱਥੇ ਲੜਾਈ ਹੋਣੀ ਹੈ, ਉਹਦੇ ਵਿੱਚ ਨਿਸ਼ਾਨ ਸਾਹਿਬ ਜਾਂ ਝੰਡਾ ਰਣ ਖੰਭਾ ਗੱਡ ਦਿੱਤਾ ਜਾਂਦਾ। ਉਹ ਜਿਹੜਾ ਝੰਡਾ ਕੱਢਿਆ ਹੁੰਦਾ ਫੌਜ ਨੂੰ ਪਤਾ ਹੁੰਦਾ ਵੀ ਇੱਥੇ ਸਾਡਾ ਮੋਰਚਾ ਹੈ। ਮਹਾਰਾਜ ਕਹਿੰਦੇ ਅਸੀਂ ਉੱਥੇ ਨਿਸ਼ਾਨ ਲਾਵਾਂਗੇ ਜਿੱਥੇ ਦੁਸ਼ਮਣ ਆ ਰਿਹਾ ਚੜ ਕੇ। ਇਹ ਸਮਥਲ ਕੋ ਲੇਹ ਨਿਹਾਰੀ। ਔਰ ਜਿੱਥੇ ਜੰਗ ਦਾ ਬਰਾਬਰ ਥਾਂ ਹੋਵੇਗਾ ਯੁੱਧ ਦਾ। ਰਿਪ ਆਗਮਨ ਸਮੁਖ ਜਿਤ ਹੋਏ। ਜਿੱਧਰ ਦੁਸ਼ਮਣ ਆ ਰਿਹਾ ਉਹਦੇ ਸਾਹਮਣੇ ਖਲੋਵਾਂਗੇ ਛਾਤੀ ਢਾ ਕੇ। ਦੇਖਿਓ ਪ੍ਰਥਮ ਸੁਧ ਦੀਜਹਿ ਕੋਏ। ਆਹੇ ਪੰਡਤ ਜੀ ਜੇ ਤੁਸੀਂ ਕੋਈ ਇਹੋ ਜੀ ਥਾਂ ਵੇਖੀ ਹੋਈ ਹੈ ਤੁਹਾਡੀ ਨਿਗਾਹ ਵਿੱਚ ਲੜਾਈ ਵਾਸਤੇ ਜਿਹੜੀ ਸਭ ਤੋਂ ਵਧੀਆ ਥਾਂ ਹੋਵੇ ਉਹ ਦੱਸੋ, ਸਾਨੂੰ ਖਬਰ ਦਿਓ। ਲੈ ਕਰ ਜਮੂ ਸੰਗ ਪ੍ਰਸਥਾਨੈ। ਮਹਾਰਾਜ ਕਹਿੰਦੇ ਫੌਜ ਲੈ ਕੇ ਉੱਥੇ ਹੀ ਚੱਲੀਏ ਫਿਰ ਜਿੱਥੇ ਜੰਗ ਦਾ ਮੈਦਾਨ ਸਾਰਿਆਂ ਤੋਂ ਸਹੀ ਹੋਵੇ। ਆਵਤ ਪਿਖ ਗੁਲ ਕਾਹਤ ਹਨ। ਜਿੱਥੇ ਸਾਹਮਣੇ ਦੁਸ਼ਮਣ ਆਵੇ ਤੇ ਉਹਦੀ ਛਾਤੀ 'ਚ ਗੋਲੀਆਂ ਮਾਰੀਏ ਤੇ ਤੀਰ ਮਾਰੀਏ। ਹਮ ਮੰਡਹਿ ਦੇਹ ਜੰਗ ਅਖਾਰਾ। ਮਹਾਰਾਜ ਕਹਿੰਦੇ ਉੱਥੇ ਜੰਗ ਕਰਾਂਗੇ ਚੱਲ ਕੇ। ਸ਼ਸਤਰ ਸਮੂਹਨ ਕੇਰ ਪ੍ਰਹਾਰਾ। ਉੱਥੇ ਵੈਰੀ ਦੀ ਛਾਤੀਆਂ ਵਿੱਚ ਤੀਰ ਮਾਰਾਂਗੇ, ਗੋਲੀਆਂ ਮਾਰਾਂਗੇ, ਤੇਗਾਂ ਮਾਰਾਂਗੇ, ਖੰਡੇ ਖੜਕਾਵਾਂਗੇ, ਲੜਾਂਗੇ। ਜਿਹੜਾ ਮੈਦਾਨ ਪੰਡਤ ਜੀ ਤੁਹਾਨੂੰ ਲੱਗਦਾ ਚੰਗਾ ਉਹ ਦੱਸੋ। ਲੜਤ ਭਰਾਵੇ ਡਰ ਧਰ ਚੀਤ। ਕਹਿੰਦੇ ਦੁਸ਼ਮਣ ਮੈਦਾਨੇ ਜੰਗ ਚੋਂ ਭੱਜ ਜਾਏਗਾ ਛੱਡ ਕੇ। ਨਤ ਸੰਘਾਰਹਿ ਪ੍ਰਾਪਤ ਜੀਤ। ਜੇ ਭੱਜਿਆ ਨਹੀਂ ਤੇ ਮਾਰਿਆ ਜਾਵੇਗਾ। ਉਹਨਾਂ ਦੇ ਬਚਣ ਦਾ ਇੱਕੋ ਹੀ ਹੀਲਾ, ਜੇ ਭੱਜ ਜਾਣਗੇ ਤੇ ਬਚ ਜਾਣਗੇ, ਨਹੀਂ ਤਾਂ ਮਾਰੇ ਜਾਣਗੇ। ਸੁਨ ਕਿਰਪਾਲ ਮਾਤੁਲ ਗੁਰ ਕੀ। ਜਦੋਂ ਕਲਗੀਧਰ ਪਾਤਸ਼ਾਹ ਨੇ ਆਪਣੇ ਜਰਨੈਲਾਂ ਨੂੰ ਸਾਰਿਆਂ ਨੂੰ ਇਕੱਠੇ ਕਰਕੇ, ਇਕੱਲਾ ਪੰਡਿਤ ਦਇਆਰਾਮ ਥੋੜਾ ਸੀ ਉੱਥੇ ਮਹਾਰਾਜ ਦੇ ਪੰਜੇ ਭੂਆ ਦੇ ਪੁੱਤਰ ਜੀਤਮਲ, ਸੰਗੋਸ਼ਾ, ਮਾਰੀ ਚੰਦ, ਗੰਗਾ ਰਾਮ, ਗੁਲਾਬ ਰਾਏ ਸੂਰਮੇ ਖੜੇ ਸਨ। ਦੀਵਾਨ ਨੰਦ ਚੰਦ ਖੜਾ ਸੀ, ਮਾਮਾ ਕਿਰਪਾਲ ਚੰਦ ਜੀ ਕੋਲ ਖੜੇ ਸਨ। ਸਭਾ ਮਝਾਰ ਕਹਿਓ ਤਿਸ ਬੀਰਾ। ਮਾਮਾ ਕਿਰਪਾਲ ਚੰਦ ਜੀ ਕਲਗੀਧਰ ਪਾਤਸ਼ਾਹ ਨੂੰ ਦੱਸਦੇ ਹਨ। ਹਲ ਭੰਗਾਣੀ ਤੋ ਜਹ ਨੀਕਾ। ਇਹ ਮਾਮਾ ਕਿਰਪਾਲ ਚੰਦ ਸਾਧ ਸੰਗਤ ਜੀ ਮਾਤਾ ਗੁਜਰੀ ਦਾ ਛੋਟਾ ਭਰਾ ਸੀ। ਤੇ ਜਦੋਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 6ਵੇਂ ਸਤਿਗੁਰਾਂ ਦਾ ਦਲ ਸੀ ਨਾ, ਉਦੋਂ ਇਹ ਗੱਭਰੂ ਸੀ, ਨੌਜਵਾਨ, ਜਿਵੇਂ ਮਤਲਬ 15-16 ਸਾਲਾਂ ਦਾ। ਇਹ 6ਵੇਂ ਪਾਤਸ਼ਾਹ ਦੀ ਫੌਜ ਵਿੱਚ ਰਿਹਾ, 7ਵੇਂ ਪਾਤਸ਼ਾਹ ਦੀ ਫੌਜਾਂ ਦੇ ਸਮੇਂ ਵੀ ਰਿਹਾ, ਫਿਰ ਹੁਣ 9ਵੇਂ ਪਾਤਸ਼ਾਹ ਦੇ ਨਾਲ ਵੀ ਰਿਹਾ ਤੇ 10ਵੇਂ ਪਾਤਸ਼ਾਹ ਦੀ ਫੌਜ ਦਾ ਇਹ ਜਰਨੈਲ ਹੈ ਮਾਮਾ ਕਿਰਪਾਲ ਚੰਦ। ਮਹਾਰਾਜ ਨੂੰ ਕਹਿ ਰਿਹਾ, ਮਹਾਰਾਜ ਥਲ ਭੰਗਾਣੀ ਕੋ ਜਹ ਨੀਕਾ। ਭੰਗਾਣੀ ਪਿੰਡ ਜਿਹੜਾ ਹੈ ਨਾ ਉਹ ਮੇਰੇ ਖਿਆਲ ਵਿੱਚ ਲੜਾਈ ਦੇ ਲਈ ਬਹੁਤ ਠੀਕ ਰਵੇਗਾ। ਤਿਥੀ ਆਵਨ ਹੋਏ ਰਿਪਹੀ ਕਾ। ਔਰ ਦੁਸ਼ਮਣ ਨੇ ਆਉਣਾ ਵੀ ਉਧਰੋਂ ਹੀ ਹੈ, ਭੰਗਾਣੀ ਵਾਲੇ ਰਸਤੇ ਤੋਂ ਲੰਘ ਕੇ ਪਹਾੜੀਆਂ ਨੇ ਆਉਣਾ ਹੈ। ਬਹਿ ਨਦੀ ਇੱਕ ਨਾਮ ਗਿਰੀ ਹੈ। ਮਹਾਰਾਜ ਉੱਥੇ ਇੱਕ ਨਦੀ ਛੋਟੀ ਵਗਦੀ ਹੈ,
उस नदी का नाम गिरी नदी है। देश दूजे रब सुता ढरी ते है। दूजे पासे जमुना है, एक पासे गिरी नदी है, एक पासे जमुना है, वो विचकार है पिंड भंगाणी। ते पिछले पासे अपना किला पौंटा साहब आ गया। तीन पासों सेफ्टी अपनी, इधर जमुना की सेफ्टी, एक जमुना भी पार करके कोई सोच के ही आवेगा, नदी एवें तो पार नहीं होंदी जी, उधर भी ध्यान रखांगे। जे जमुना चो इधरों आउंदा ते इधरों आपां जमुना चो नहीं टप्पण देना दुश्मन नूं। इधरों गिरी नदी वालों आउणगे ते नदी वो भी साडी मदद करेगी, आपां ओहदी नदी नहीं टप्पण देनी दुश्मन नूं। पिछले पासे अपना किला, अपना घर अपनी पिठ ते है, इक्को ही सामना पासा जिधरों दुश्मन ने आउणा ते दुश्मन नूं भजदियां भी राह उधर ही लभना। आखो सतनाम श्री वाहिगुरू। इधर जे नदी च वड़नगे ते असीं नदी च वड़दियां नूं मारांगे, इधर नदी च वड़नगे ते तां नदी च मारांगे, डोब डोब के मारांगे। ते साडे पिछे साडा घर है, इधर असीं आउण नहीं दिंदे। मामा किरपाल चंद कहंदा मेरी निगाह विच भंगाणी दा मैदान ही जंग दा मैदान ठीक रहेगा। राजपुरा देह परै सुनगरा। उत्थे एक पिंड पैंदा राजपुर, राजपुरा एक दा राजपुरा साध संगत जी पटियाले दे कोल है, वो नहीं, ये उत्थे भंगाणी दे कोल है राजपुरा। राजपुरे ते भंगाणी भंगा पिंड सीगा ते हौले हौले नूं भंगाणी कहंदे है। सो भंगाणी ते राजपुरे दे इलाके दे विच उस पिंड दे कोल मोर्चा ला लईए। परे नरन को थल है सगरा। महाराज उथे बहुत सोहनी थां है मैदाने जंग विच घोड़े दौड़न वास्ते, दुश्मन ते हमला करन वास्ते। श्री जग गुर गाट हो रंथंबा। मामा किरपाल चंद जी कहंदे हे सतगुरु सच्चे पातशाह गरीब नवाज जी, मेरा ख्याल है जे आप जी नूं ठीक लगे तां आप जी भंगाणी दे विच अपना निशान गढ़ दिओ, उथे मोर्चा बंदी कर लवो। ताहां विख हो संग्राम अचंबा। उथे जंग दे नजारे लवांगे। महाराज ने अपनी बाणी च पंक्ति लिखी, कहूं जंग के रंग पेखे। आखो सतनाम श्री वाहिगुरू। जंग दे भी रंग हुंदे आ, पर वो सूरमिਆਂ ਨੂੰ नजर आउंदे आ, मेरे वर्गिਆਂ ਨੂੰ ਕੀ आउणे आ, ਉਹਦਾ ਬਹਾਦਰਾਂ ਯੋਧਿਆਂ ਨੂੰ ਚੰਗੇ ਲੱਗਦੇ ਆ। कहूं जंग के रंग पेखे। महाराज ਉੱਥੇ ਫਿਰ जंग ਦੇ रंग ਵੇਖਾਂਗੇ। नगर पावटा तज खट कोस। सो साध संगत जी पौंटा साहब तो 6 को बड़ा वड्डा हुंदा, अजकल किलोमीटर ने, किलोमीटर नालों मील वड्डा हुंदा। इत्थे अमेरिका च तां मील चलदा ते मील तो साध संगत जी को वड्डा हुंदा ते को उस वेले उथों पौंडे साहब तो 6 को पैंदा, लगभग 20-22 किलोमीटर बन जाता है। एह दिन होए हत होर परोस। महाराज उत्थे भंगाणी दे मैदान विच वैरी नाल 2-2 हथ करो, उत्थे दुश्मन दा मुकाबला करो। ये फैसला होया, सारे सूरमे तैयार बर तैयार हो गए ने। महाराज 10वें पातशाह जंग की तैयारी करते हैं, सारे सूरमिਆਂ ਨੂੰ तैयार करते हैं। उधरों राजिਆਂ की कथा आवेगी भी राजे किवें तैयारी करके ਚੱਲਣਗੇ। ये कथा साध संगत जी ਜਿਹੜੇ ਜਿਹੜੇ ਗੁਰਸਿੱਖ फेसबुक ਤੇ ਸਰਵਣ ਕਰਦੇ ਆ ਉਹ ਰੈਗੂਲਰ ਸੁਣ ਸਕਦੇ ਆ। ਤੇ ਇਦਾਂ ਹੀ ਦਾਸ ਜਿੱਥੇ ਵੀ ਜਾਂਦਾ ਹੈ ਇਤਿਹਾਸ ਦੀ ਕਥਾ ਅੱਗੇ ਦੀ ਲੜੀ ਤੋਰੀ ਰੱਖੀਦਾ, ਨਾਲੇ ਆਪਣਾ ਮਨ ਜੁੜਿਆ ਰਹਿੰਦਾ ਪਾਤਸ਼ਾਹ ਦੇ ਚਰਨਾਂ ਵਿੱਚ, ਨਾਲੇ ਸੰਗਤਾਂ ਨੂੰ ਗੁਰੂ ਇਤਿਹਾਸ ਦਾ ਪਤਾ ਲੱਗਦਾ ਹੈ। ਸੋ ਇਤਨੀਆਂ ਹਾਜ਼ਰੀਆਂ ਆਪ ਜੀ ਦੇ ਸਥਾਨਾਂ ਤੇ ਸਤਿਕਾਰਯੋਗ ਬਾਬਾ ਜੀ ਸਿੰਘ ਸਾਹਿਬ ਗਿਆਨੀ ਭੁਪਿੰਦਰ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇਹਨਾਂ ਤੇ ਕਿਰਪਾ ਹੈ। ਭਾਵਨੀ ਵਾਲੇ ਗੁਰਸਿੱਖ ਹਨ। ਕੋਈ ਪਿਛਲੇ ਜਨਮਾਂ ਦੀ ਕੋਈ ਭਗਤੀ ਹੁੰਦੀ ਹੈ ਤਾਂ ਹੀ ਗੁਰੂ ਸਾਹਿਬਾਂ ਦੇ ਚਰਨਾਂ ਨਾਲ ਪ੍ਰੇਮਾ ਭਗਤੀ ਬਣ ਆਉਂਦੀ ਹੈ। ਸਾਧ ਸੰਗਤ ਜੀ ਅੱਜ ਕੱਲ੍ਹ ਤਰਕ ਦਾ ਬੜਾ ਜ਼ਮਾਨਾ ਹੈ, ਕਿੰਤੂ ਪਰੰਤੂ ਜੋ ਦੁਨੀਆ ਪਈ ਹੋਈ ਹੈ ਸਾਰਿਆਂ ਦੇ ਮੱਥੇ ਤੇ ਕੁਐਸਚਨ ਮਾਰਕ ਲੱਗਾ ਹੋਇਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। तो धन हन वो गुरु के सिख जिहड़े ये क्वेश्चन मार्क परे सुट दिंदे आ ते गुरु दे भै विच गुरु दी भावनी विच आके अपना जन्म सफला करते हैं। सो ज्ञानी जी बहुत प्रेम भावना वाले, हुक्म लाया सी भी एक हफ्ता जरूर हाजरी भरनी है। सो इन्हां दे प्रेम दे और संगतां दे नौजवान बच्चों दे प्यार करके ये हाजरी भरी। आप जी दे नाल सतगुरु कलगियां वाले पातशाह दे इतिहास की सांझ पाई। इन्ने दिन विचरदियां होया, बहदियां उठदियां होया बहुत भुलां गलतियां दी साडे सत्कारयोग वीर रणजीत सिंह जी हैं, जिन्हां दे घर अज हफ्ता हो गया सानू
ਉਹ ਬੱਚੇ ਬਹੁਤ ਪ੍ਰੇਮ ਕਰਦੇ। ਆਪਣੇ ਘਰ ਵਰਗਾ ਹੀ ਮਾਹੌਲ, ਜਿਵੇਂ ਆਪਣੇ ਘਰ ਸੁੱਖ ਲਈਦਾ ਉੱਦਾਂ ਸਾਰੇ ਹੀ ਇੱਥੇ ਫੌਜਾਂ, ਜੈਦੀਪ ਸਿੰਘ ਜੀ ਹਨ, ਇਹ ਸੁਪ੍ਰੀਤ ਸਿੰਘ, ਫੌਜਾਂ ਸਾਰੀਆਂ ਜਿੰਨੇ ਵੀ ਇੱਥੇ ਬੈਠੇ ਆ ਸਾਰੇ ਨੌਜਵਾਨ ਪ੍ਰੇਮ ਕਰਦੇ ਆ। ਇਸ ਕਰਕੇ ਸੰਗਤਾਂ ਦੇ ਵਿੱਚ ਵਿਚਰਦਿਆਂ ਹੋਇਆਂ ਕੋਈ ਭੁੱਲ ਚੁੱਕ ਹੋ ਜਾਂਦੀ ਹੈ, ਇਨਸਾਨ ਭੁੱਲਣਹਾਰ ਹੈ, ਉਹ ਨਾ ਚਿਤਾਰਨਾ। ਅਰਦਾਸ ਕਰਨੀ ਸੱਚੇ ਪਾਤਸ਼ਾਹ ਇਹ ਮਨੁੱਖਾ ਜਨਮ ਤੁਹਾਡੀ ਸੇਵਾ ਸਿਮਰਨ ਵਿੱਚ ਸਫਲਾ ਹੋ ਜਾਵੇ, ਕਿਉਂਕਿ ਬਾਰ-ਬਾਰ ਇੱਕ ਜਨਮ ਨਹੀਂ ਮਿਲਦਾ। ਅਬ ਕੀ ਬਾਰ ਬਖਸ਼ ਬੰਦੇ ਕੋ ਬੌਰ न पहुँचल फेरा। भुला चुका दी खिमा। हे गोबिंद हे गोपाल हे